वाहिगुरु जी का खालसा वाहिगुरु जी की फतेह। मैं आप सब जी ਨੂੰ ਜੀ ਆਇਆਂ ਆਖਦੀ ਹਾਂ। ਅੱਜ ਗੁਰਮਤਿ ਸਮਰ ਕੈਂਪ ਦਾ 18ਵਾਂ ਦਿਨ ਹੈ ਜੀ ਤੇ ਅੱਜ ਦੇ ਸਮਰ ਕੈਂਪ ਦੀ ਸ਼ੁਰੂਆਤ ਅਸੀਂ ਜਾਪ ਸੇਵਾ ਤੋਂ ਆਰੰਭ ਕਰਾਂਗੇ ਤੇ ਅੱਜ ਦੀ ਜਾਪ ਸੇਵਾ ਗਗਨਦੀਪ ਕੌਰ ਜੀ ਈਪੀਪੀ ਨੰਬਰ 14601 ਲੈਣਗੇ ਜੀ। ਵੀਰ ਜੀ ਸਪੋਰਟ ਕਰ ਦਿੱਤਾ ਜਾਵੇ ਜੀ। ਗਗਨਦੀਪ ਕੌਰ ਜੀ बेटा जाप सेवा आरंभ की जावे। वाहिगुरु जी का खालसा वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 जी का खालसा वाहिगुरु जी की फतेह। आप जी ने बहुत ਵਧੀਆ ਜਾਪ ਸੇਵਾ ਨਿਭਾਈ। ਬੇਟਾ ਜੀ ਗਗਨਦੀਪ ਕੌਰ ਜੀ ਬੇਟਾ ਜਦੋਂ ਵੀ ਅੱਗੇ ਤੋਂ ਤੁਸੀਂ ਜਾਪ ਕਰਨਾ ਹੈ ਨਾ ਜੀ ਤੇ ਜਦੋਂ ਅਸੀਂ ਮੂਲ ਮੰਤਰ ਦੇ ਵਿੱਚ ਅਜੂਨੀ ਸੈਭੰ ਜਿਹੜਾ ਤੁਸੀਂ ਬੋਲਦੇ ਹੋ ਉਹ ਤੁਸੀਂ ਅਲੱਗ-ਅਲੱਗ ਬੋਲਣਾ ਹੈ। ਅਜੂਨੀ ਸੈਭੰ ਠੀਕ ਹੈ ਜੀ। ਔਰ ਜਿਹੜਾ ਤੁਸੀਂ ਬੋਲਿਆ ਗੁਰਪ੍ਰਸਾਦ ਗੁਰਪ੍ਰਸਾਦ ਨਹੀਂ ਬੋਲਣਾ ਗੁਰਪ੍ਰਸਾਦ ਬੋਲਣਾ ਹੈ ਠੀਕ ਹੈ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਕੀਰਤਨ ਦੀ ਸੇਵਾ ਨਿਭਾਣਗੇ ਜੀ ਰਮਨਦੀਪ ਕੌਰ ਜੀ ਬਠਿੰਡਾ ਤੋਂ। ਵੀਰ ਜੀ ਸਪੋਰਟ ਕਰ ਦਿੱਤਾ ਜਾਵੇ ਜੀ। ਰਮਨਦੀਪ ਕੌਰ ਜੀ ਬਠਿੰਡਾ ਤੋਂ। ਹਾਂਜੀ ਬੇਟਾ ਕੀਰਤਨ ਦੀ ਸੇਵਾ ਆਰੰਭ ਕੀਤੀ ਜਾਵੇ। ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ ਬੇਟਾ ਜੀ, ਬਹੁਤ ਵਧੀਆ ਕੀਰਤਨ ਕੀਤਾ ਤੁਸੀਂ। ਮਿੱਠਾ, ਇੰਨਾ ਮਿੱਠਾ ਕੀਰਤਨ, ਆਨੰਦ ਆ ਗਿਆ। ਤੁਸੀਂ ਕਿਹੜੀ ਕਲਾਸ ਵਿੱਚ ਹੋ ਬੇਟਾ ਜੀ? 9th, ਵੈਰੀ ਗੁੱਡ। ਹੁਣ ਆਪਾਂ ਕੀਰਤਨ ਤੋਂ ਬਾਅਦ ਆਪਣੇ ਪਹਿਲੇ ਸੈਸ਼ਨ ਵੱਲ ਚੱਲਦੇ ਹਾਂ ਜੀ। ਤੇ ਪਹਿਲੇ ਸੈਸ਼ਨ ਤੋਂ ਪਹਿਲਾਂ ਮੈਂ ਆਪ ਸਭ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ, ਜਿਵੇਂ ਕਿ ਆਪ ਨੂੰ ਪਤਾ ਹੈ ਕਿ ਕਾਮ, ਲੋਭ, ਮੋਹ, ਹੰਕਾਰ, ਇਹ ਸਾਡੇ ਜਿਹੜੇ ਵਿਕਾਰ ਨੇ, ਇਹ ਸਾਨੂੰ ਪਰਮਾਤਮਾ ਤੱਕ ਪਹੁੰਚਣ ਦੇ ਵਿੱਚ, ਪਰਮਾਤਮਾ ਨਾਲ ਮਿਲਣ ਦੇ ਵਿੱਚ ਸਾਡੇ ਲਈ ਰੁਕਾਵਟ ਹੁੰਦੇ ਹਨ। ਉਸੇ ਤਰ੍ਹਾਂ ਜਿਹੜਾ ਕ੍ਰੋਧ ਹੈ, ਉਹ ਵੀ ਸਾਡੇ ਰਸਤੇ ਵਿੱਚ ਇੱਕ ਰੁਕਾਵਟ ਦੀ ਤਰ੍ਹਾਂ ਹੀ ਹੈ। ਤੇ ਗੁਰੂ ਜੀ ਵੀ ਜਿਵੇਂ ਫਰਮਾਉਂਦੇ ਹਨ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕੰਚਨ ਸੁਹਾਗਾ ਢਲ ਹੈ। ਇਸੇ ਤਰ੍ਹਾਂ ਰਿਸਰਚ ਵਿੱਚ ਵੀ ਕਿਹਾ ਗਿਆ ਹੈ ਕਿ ਜਦੋਂ ਅਸੀਂ ਗੁੱਸਾ ਕਰਦੇ ਹਾਂ ਤਾਂ ਉਸਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ। ਸੋ ਇਸੇ ਹੀ ਵਿਸ਼ੇ ਨੂੰ ਲੈ ਕੇ ਹੁਣ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਭੈਣ ਜੀ ਗੁਰਲੀਨ ਕੌਰ ਜੀ। ਮੈਂ ਗੁਰਲੀਨ ਕੌਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਪਹਿਲਾ ਸੈਸ਼ਨ ਸਟਾਰਟ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਮ, ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਮੈਮ। ਹਾਂਜੀ, ਅੱਜ ਦਾ ਮੇਰਾ ਟੌਪਿਕ ਹੈ ਕ੍ਰੋਧ। ਮੈਂ ਬਹੁਤ ਹੀ ਸਿੰਪਲ ਜਿਹਾ ਟੌਪਿਕ ਲਿੱਤਾ ਹੈ, ਜਿਹੜਾ ਹੈ ਕ੍ਰੋਧ, ਐਂਗਰ। ਕ੍ਰੋਧ ਜਿਹੜਾ ਹੈ ਉਹ ਬੰਦੇ ਦੀ ਮੱਤ ਨੂੰ ਮਾਰ ਦਿੰਦਾ ਹੈ। ਹੁਣ ਜਿਵੇਂ ਕਿ ਅਸੀਂ ਦੇਖੀਏ, ਜਿਹੜਾ ਸੂਰਜ ਹੈ, ਸੂਰਜ ਇੱਕ ਨਿਸ਼ਚਿਤ ਦੂਰੀ ਤੇ ਹੁੰਦਾ ਹੈ ਧਰਤੀ ਤੋਂ ਦੂਰ। ਉਦੋਂ ਤੱਕ ਉਹ ਮਰਿਆਦਾ ਵਿੱਚ ਹੈ। ਉਸਦੇ ਨਾਲ ਸਾਡਾ ਕਿੰਨਾ ਕੰਮ ਸਵਰਦਾ ਹੈ। ਅਗਰ ਉਹ ਸੂਰਜ ਉਹੀ ਨਿਸ਼ਚਿਤ ਦੂਰੀ ਤੋਂ ਸਾਡੀ ਧਰਤੀ ਦੇ ਕੋਲ ਆ ਜਾਵੇ ਤਾਂ ਉਸ ਨਾਲ ਸੂਰਜ ਗ੍ਰਹਿਣ ਲੱਗ ਜਾਂਦਾ ਹੈ ਤੇ ਉਸ ਨਾਲ ਉਸਦੀਆਂ ਕਿਰਨਾਂ ਸਾਨੂੰ ਹਾਰਮ ਕਰਦੀਆਂ ਨੇ, ਨੁਕਸਾਨ ਦਿੰਦੀਆਂ ਨੇ। ਇਸ ਤਰ੍ਹਾਂ ਹੀ ਇੱਕ ਬੰਦੇ ਦੇ ਅੰਦਰ ਇੱਕ ਅਗਨ ਹੁੰਦੀ ਹੈ, ਮਨੁੱਖ ਦੇ ਅੰਦਰ ਇੱਕ ਅਗਨ ਹੁੰਦੀ ਹੈ। ਉਹ ਅਗਨ ਜਦੋਂ ਤੱਕ ਮਰਿਆਦਾ ਵਿੱਚ ਹੈ ਉਦੋਂ ਤੱਕ ਠੀਕ ਹੈ, ਪਰ ਜਦੋਂ ਉਹ ਅਗਨ ਮਰਿਆਦਾ ਤੋਂ ਬਾਹਰ ਹੋ ਜਾਂਦੀ ਹੈ ਤੇ ਉਹ ਨੁਕਸਾਨ ਕਰਦੀ ਹੈ। ਜਿਵੇਂ ਕਿ ਇੱਕ ਚੁੱਲ੍ਹੇ ਦੇ ਵਿੱਚ ਰੋਟੀ ਬਣਾਈ ਜਾ ਰਹੀ ਹੈ, ਅਗਨ ਦੇ ਨਾਲ ਅਸੀਂ ਰੋਟੀ ਬਣਾਉਂਦੇ ਹਾਂ, ਚੁੱਲ੍ਹੇ ਦੇ ਵਿੱਚ ਅਗਨ ਚੱਲ ਰਹੀ ਹੈ, ਪਰ ਜਦੋਂ ਉਹ ਅਗਨ ਚੁੱਲ੍ਹੇ ਤੋਂ ਬਾਹਰ ਜਾਣ ਲੱਗਦੀ ਹੈ ਫਿਰ ਉਹ ਸਾੜਨ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਸੋਚੀਏ, ਸਾਡੇ ਹਰ ਕਿਸੇ 'ਚ ਗੁੱਸਾ ਹੁੰਦਾ, ਚਾਹੇ ਉਹ ਛੋਟਾ ਬੱਚਾ ਹੈ, ਚਾਹੇ ਉਹ ਵੱਡਾ ਹੈ, ਚਾਹੇ ਬਜ਼ੁਰਗ ਨੇ, ਕੋਈ ਵੀ ਨੇ, ਹਰ ਕਿਸੇ 'ਚ ਗੁੱਸਾ ਹੁੰਦਾ ਹੈ। ਪਰ ਅਸੀਂ ਆਪਣੇ ਗੁੱਸੇ ਨੂੰ ਕੰਟਰੋਲ ਕਿਵੇਂ ਕਰਨਾ ਹੈ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਅਸੀਂ ਆਪਣੇ ਵਿੱਚ ਨਿਮਰਤਾ ਲੈ ਕੇ ਆਣੀ ਹੈ, ਅਸੀਂ ਸਹਿਨਸ਼ੀਲ ਬਣਨਾ ਹੈ ਕਿ ਹੁਣ ਜਿਵੇਂ ਕਿ ਅਸੀਂ ਲੈ ਲਈਏ, ਹੁਣ ਫਰੀਦ ਜੀ ਕਹਿੰਦੇ ਨੇ, ਬਾਬਾ ਫਰੀਦ ਜੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲਾ ਸਭ ਕੁਛ ਪਾਏ। ਹੁਣ ਜਦੋਂ ਤੱਕ ਫਰੀਦ ਜੀ ਕਹਿੰਦੇ ਨੇ ਕਿ ਬੁਰੇ ਦਾ ਵੀ ਭਲਾ ਕਰੋ, ਕੋਈ ਤੁਹਾਨੂੰ ਮੰਦਾ ਵੀ ਕਹਿੰਦਾ ਹੈ, ਕੋਈ ਤੁਹਾਡੀ ਬੁਰਾਈ ਵੀ ਕਰਦਾ ਹੈ, ਤੁਸੀਂ ਉਹਦਾ ਵੀ ਭਲਾ ਕਰੋ। ਗੁੱਸਾ ਮਨ ਨਾ ਹੰਡਾਏ, ਅਸੀਂ ਗੁੱਸੇ ਨੂੰ ਆਪਦੇ ਮਨ ਦੇ ਵਿੱਚ ਨਹੀਂ ਹੰਡਾਣਾ। ਅਗਰ ਕਿਸੇ ਨੇ ਸਾਨੂੰ ਕੁਝ ਬੁਰਾ ਕਿਹਾ, ਅਗਰ ਕਿਸੇ ਨੇ ਸਾਨੂੰ ਕੁਝ ਮਾੜਾ ਕਿਹਾ,
ਅਸੀਂ ਉਸ ਨੂੰ ਆਪਣੇ ਦਿਲ ਤੇ ਨਹੀਂ ਲਾਉਣਾ। ਅਸੀਂ ਕਿਸੇ ਦੇ ਵਿਰੁੱਧ ਕੋਈ ਗੱਲਾਂ ਜੇ ਅਸੀਂ ਸੁਣੀਆਂ ਵੀ ਨੇ, ਜਿੰਨਾ ਅਸੀਂ ਕੁਝ ਮਾੜਾ ਸੁਣਾਂਗੇ, ਮਾੜਾ ਬੋਲਾਂਗੇ, ਤੇ ਉਹ ਸਾਨੂੰ ਕ੍ਰੋਧ ਲੈ ਕੇ ਆਏਗਾ, ਸਾਡੇ ਚ ਕ੍ਰੋਧ ਆਏਗਾ। ਅਗਰ ਕੋਈ ਸਾਡੇ ਬਾਰੇ ਕੋਈ ਮਾੜਾ ਕਹਿ ਰਿਹਾ ਹੈ, ਸਾਨੂੰ ਕ੍ਰੋਧ ਆਂਦਾ ਹੈ। ਕਿਉਂ ਆਂਦਾ ਹੈ? ਕਿਉਂਕਿ ਸਾਨੂੰ ਹੁੰਦਾ ਹੈ ਅਸੀਂ ਆਪਣੇ ਅੰਦਰ ਆਪਣੀ ਇੱਕ ਇਮੇਜ ਬਣਾਈ ਹੋਈ ਹੈ ਕਿ ਹੁਣ ਜਿਵੇਂ ਮੈਂ ਆਪਣੀ ਗੱਲ ਕਰਦੀ ਹਾਂ ਕਿ ਮੈਨੂੰ ਕੋਈ ਮਾੜਾ ਕਹਿ ਗਿਆ, ਠੀਕ ਹੈ ਜੀ, ਤੇ ਮੈਂ ਆਪਣੇ ਅੰਦਰ ਆਪਣੀ ਇਮੇਜ ਬਣਾਈ ਹੋਈ ਹੈ ਕਿ ਮੈਂ ਬਹੁਤ ਚੰਗੀ ਹਾਂ, ਮੈਂ ਸਾਰਿਆਂ ਦਾ ਖਿਆਲ ਰੱਖਦੀ ਹਾਂ, ਮੈਂ ਸਾਰਿਆਂ ਦੀ ਹੈਲਪ ਕਰਦੀ ਹਾਂ, ਠੀਕ ਹੈ। ਅਸੀਂ ਮਨੁੱਖ ਤੋਂ ਗਲਤੀ ਵੀ ਹੁੰਦੀ ਹੈ, ਠੀਕ ਹੈ ਜੀ, ਤੇ ਅਸੀਂ ਇੱਕ ਇਮੇਜ ਬਣਾਈ ਹੋਈ ਹੈ ਆਪਣੇ ਅੰਦਰ। ਜਦੋਂ ਇਮੇਜ ਨੂੰ ਸੱਟ ਵੱਜਦੀ ਹੈ, ਉਦੋਂ ਸਾਨੂੰ ਕ੍ਰੋਧ ਆਂਦਾ ਹੈ। ਤੇ ਇਸ ਤਰ੍ਹਾਂ ਹੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਗੁੱਸਾ ਹੈ ਉਹ ਬੜਾ ਹੀ ਭਿਆਨਕ ਹੈ। ਉਹਨਾਂ ਪਾਸ ਦੁਆਸ ਨਾ ਭੇਟੀ ਹੈ, ਜਿਨ ਅੰਤਰ ਕ੍ਰੋਧ ਚੰਡਾਲ। ਜਿਨ੍ਹਾਂ ਦੇ ਅੰਦਰ ਗੁੱਸਾ ਹੈ, ਕ੍ਰੋਧ ਹੈ, ਉਹਨਾਂ ਦੇ ਨੇੜੇ ਸਾਨੂੰ ਖੜੇ ਵੀ ਨਹੀਂ ਹੋਣਾ ਚਾਹੀਦਾ। ਜਦੋਂ ਸਾਨੂੰ ਕ੍ਰੋਧ ਆਂਦਾ ਹੈ, ਉਦੋਂ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਕ੍ਰੋਧ ਦੇ ਵਿੱਚ ਕੀ ਬੋਲ ਜਾਂਦੇ ਹਾਂ, ਅਸੀਂ ਕੀ ਕੁਝ ਕਰ ਬੈਠਦੇ ਹਾਂ। ਪਰ ਉਸ ਟਾਈਮ ਤੋਂ ਬਾਅਦ ਜਦੋਂ ਕ੍ਰੋਧ ਸਾਨੂੰ ਆਂਦਾ ਹੈ, ਸਾਡਾ 5-7 ਮਿੰਟ ਦਾ ਹੁੰਦਾ ਹੈ ਕ੍ਰੋਧ, ਠੀਕ ਹੈ, ਚਾਹੇ 10 ਮਿੰਟ ਲੱਗ ਜਾਣ, ਚਾਹੇ ਅੱਧਾ ਘੰਟਾ ਲੱਗ ਜਾਏ, ਪਰ ਉਸ ਤੋਂ ਬਾਅਦ ਸਾਨੂੰ ਆਪਣੇ ਆਪ ਰਿਅਲਾਈਜ਼ ਹੁੰਦਾ ਹੈ ਕਿ ਅਸੀਂ ਕ੍ਰੋਧ ਦੇ ਵਿੱਚ ਕੀ ਕੁਝ ਗਲਤ ਬੋਲਿਆ, ਅਸੀਂ ਕਿੰਨਾ ਕੁਝ ਕਿਸੇ ਦਾ ਦਿਲ ਦੁਖਾਇਆ। ਕਈ ਵਾਰੀ ਅਸੀਂ ਗੁੱਸੇ 'ਚ ਐਸੇ ਬੋਲ ਦਿੰਦੇ ਹਾਂ, ਉਹ ਅਗਲੇ ਨੂੰ ਦੁੱਖ ਦਿੰਦੇ ਨੇ, ਔਰ ਕਦੇ ਵੀ ਮੂੰਹੋਂ ਬੋਲੇ ਹੋਏ ਬੋਲ ਵਾਪਸ ਨਹੀਂ ਆਉਂਦੇ। ਜਿਵੇਂ ਕਮਾਨ ਚੋਂ ਜਿਵੇਂ ਅਸੀਂ ਇੱਕ ਤੀਰ ਛੱਡਦੇ ਹਾਂ, ਉਹ ਤੀਰ ਗਿਆ ਹੋਇਆ ਕਦੇ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਹੀ ਅਸੀਂ ਜਦੋਂ ਕੁਝ ਗਲਤ ਬੋਲਦੇ ਹਾਂ ਤੇ ਉਹ ਅਗਲੇ ਦਾ ਦਿਲ ਦੁਖਾਉਂਦਾ ਹੈ, ਠੀਕ ਹੈ ਜੀ। ਪਹਿਲੀ ਗੱਲ ਮੈਂ ਇਹ ਕਹਿਣਾ ਚਾਹਾਂਗੀ, ਕ੍ਰੋਧ ਇੱਕ ਬਹੁਤ ਹੀ ਨਾਰਮਲ ਚੀਜ਼ ਹੈ, ਅਸੀਂ ਉਹਨੂੰ ਬਹੁਤ ਨਾਰਮਲ ਬਣਾਇਆ ਹੋਇਆ ਹੈ, ਹਰ ਕਿਸੇ ਨੂੰ ਆ ਜਾਂਦਾ ਹੈ, ਹਰ ਨਿੱਕੀ ਤੋਂ ਨਿੱਕੀ ਗੱਲ ਤੇ ਆ ਜਾਂਦਾ ਹੈ। ਪਰ ਅਸੀਂ ਜਿੰਨੀ ਬਾਣੀ ਪੜਾਂਗੇ, ਅਸੀਂ ਨਿਤਨੇਮ ਕਰਾਂਗੇ, ਅਸੀਂ ਵਾਹਿਗੁਰੂ ਜੀ ਦੇ ਨਾਲ ਜੁੜਾਂਗੇ, ਉਸ ਅਕਾਲ ਪੁਰਖ ਨਾਲ ਜੁੜਾਂਗੇ, ਉਸ ਅਕਾਲ ਪੁਰਖ ਦੇ ਨਾਮ ਸਰੋਵਰ ਜਦੋਂ ਅਸੀਂ ਜਾਵਾਂਗੇ ਤਾਂ ਸਾਡੇ ਵਿੱਚ ਆਪਣੇ ਆਪ ਹੀ ਨਿਮਰਤਾ ਆਉਣ ਲੱਗੇਗੀ। ਅਸੀਂ ਨਿਮਰਤਾ ਨਾਲ, ਪਹਿਲਾਂ ਸਾਡੇ 'ਚ ਨਿਮਰਤਾ ਆਏਗੀ, ਫਿਰ ਅਸੀਂ ਸਹਿਨਸ਼ੀਲ ਬਣਾਂਗੇ ਕਿ ਸਾਨੂੰ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਆਵੇਗਾ। ਸਾਨੂੰ ਵਾਹਿਗੁਰੂ ਜੀ ਕਹਿੰਦੇ ਨੇ, ਜਿਵੇਂ ਹੁਣ ਇੱਥੇ ਅਸੀਂ ਗੁਰੂ ਰਾਮਦਾਸ ਜੀ ਦਾ ਲੈ ਲੈਂਦੇ ਹਾਂ। ਇੱਕ ਪ੍ਰਮਾਣ ਆਇਆ ਹੈ, ਰੋਸ ਨ ਕਾਹੂ ਸੰਗ, ਕਰੋ ਆਪਨ ਆਪ ਵਿਚਾਰ। ਅਸੀਂ ਦੂਜਿਆਂ ਨਾਲ ਰੋਸ ਕਰਕੇ ਬੈਠ ਜਾਂਦੇ ਹਾਂ ਤੇ ਆਪਣਾ ਆਪ ਵਿਚਾਰਦੇ ਹੀ ਨਹੀਂ। ਅਸੀਂ ਰੋਸ ਕਿਉਂ ਕਰਦੇ ਹਾਂ? ਅਸੀਂ ਰੋਸ, ਕੋਈ ਦੱਸ ਸਕਦਾ ਹੈ ਕਿ ਅਸੀਂ ਰੋਸ ਕਿਉਂ ਕਰਦੇ ਹਾਂ? ਕਦੋਂ ਰੋਸ ਕੀਤਾ ਜਾਂਦਾ ਹੈ? ਰੋਸ ਅਸੀਂ ਉਦੋਂ ਕਰਦੇ ਹਾਂ ਜਦੋਂ ਸਾਡੀ ਕੋਈ ਗੱਲ ਨੂੰ ਨਕਾਰਦਾ ਹੈ। ਅਸੀਂ ਕੋਈ ਗੱਲ ਕਹਿੰਦੇ ਹਾਂ ਜਾਂ ਜੋ ਗੱਲ ਸਾਨੂੰ ਸਹੀ ਲੱਗਦੀ ਹੈ, ਦੂਜਾ ਮਨੁੱਖ ਕਹਿੰਦਾ ਹੈ ਕਿ ਨਹੀਂ ਇਹ ਗੱਲ ਗਲਤ ਹੈ, ਉਦੋਂ ਅਸੀਂ ਰੋਸ ਕਰਦੇ ਹਾਂ। ਪਰ ਸਾਨੂੰ ਇਕੱਲੇ ਬੈਠ ਕੇ ਆਪਣਾ ਆਪ ਵਿਚਾਰਨਾ ਚਾਹੀਦਾ ਹੈ, ਆਪਣੇ ਬਾਰੇ ਸੋਚਣਾ ਚਾਹੀਦਾ ਹੈ ਕਿ ਮੈਂ ਕਿੱਥੇ ਗਲਤ ਹਾਂ ਤੇ ਕਿੱਥੇ ਸਹੀ ਹਾਂ। ਸਭ ਤੋਂ ਪਹਿਲੇ ਸਾਨੂੰ ਆਪਣੀਆਂ ਇੱਕ ਮਨੁੱਖ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਕਰਦਾ ਹੈ, ਸਭ ਤੋਂ ਗਲਤੀ ਹੁੰਦੀ ਹੈ, ਸਾਰਿਆਂ ਤੋਂ ਗਲਤੀਆਂ ਹੁੰਦੀਆਂ ਨੇ, ਕੋਈ ਐਸਾ ਮਨੁੱਖ ਨਹੀਂ ਹੋਏਗਾ ਜਿਹਦੇ ਤੋਂ ਕੋਈ ਗਲਤੀ ਨਹੀਂ ਹੁੰਦੀ। ਪਰ ਸਾਨੂੰ ਆਪਣਾ ਕ੍ਰੋਧ ਕੰਟਰੋਲ ਕਰਨਾ ਆਉਣਾ ਚਾਹੀਦਾ ਹੈ। ਹੁਣ ਇੱਕ ਹੁੰਦਾ ਹੈ ਕ੍ਰੋਧ ਅਸੀਂ ਪੋਜ਼ਿਟਿਵ ਵੇ ਦੇ ਵਿੱਚ ਲਗਾ ਰਹੇ ਹਾਂ, ਜਿਵੇਂ ਮੈਂ ਕਾਲਜ ਟਾਈਮ, ਮੇਰੇ ਸਰ ਹੁੰਦੇ ਸੀਗੇ ਫਿਜ਼ੀਕਲ ਐਜੂਕੇਸ਼ਨ ਵਾਲੇ, ਉਹਨਾਂ ਨੇ ਦੱਸਿਆ ਸੀਗਾ ਸਾਨੂੰ, ਸਰ ਨੇ 2 ਗਰੁੱਪ ਬਣਾਏ ਹੋਏ ਸੀਗੇ, A ਤੇ B ਗਰੁੱਪ ਬਣਾਇਆ ਹੋਇਆ ਸੀਗਾ। ਜਿਹੜੇ ਪਲੇਅਰ ਸੀਗੇ ਬਾਸਕਟਬਾਲ ਦੇ ਪਲੇਅਰ ਸੀਗੇ, ਤੇ ਸਰ ਨੇ ਏਦਾਂ ਕੀਤਾ ਹੋਇਆ ਸੀਗਾ ਕਿ A ਗਰੁੱਪ ਦੇ ਵਿੱਚ ਤਾਂ ਉਹਨਾਂ ਨੇ ਉਹ ਵਾਲੇ ਪਲੇਅਰਸ ਰੱਖੇ ਹੋਏ ਸੀਗੇ ਕਿ ਜਿਹੜੇ ਬਹੁਤ ਵਧੀਆ ਸੀਗੇ, ਤੇ B ਗਰੁੱਪ ਦੇ ਵਿੱਚ ਉਹ ਪਲੇਅਰ ਸੀਗੇ ਕਿ ਜਿਹੜੇ ਠੀਕ ਠਾਕ ਹੀ ਪਲੇ ਕਰਦੇ ਸੀਗੇ।
ਤੇ ਸਰ ਨੇ ਕੀ ਕੀਤਾ, ਇੱਕ ਵਾਰ ਕੋਈ ਕੰਪੀਟੀਸ਼ਨ ਹੋਇਆ, ਉਸ ਦੇ ਵਿੱਚ ਇੱਕ ਹਰਲੀਨ ਨਾਮ ਦੀ ਪਲੇਅਰ ਹੁੰਦੀ ਸੀ, ਤੇ ਉਹ ਹਰਲੀਨ ਨਾਮ ਦੀ ਪਲੇਅਰ ਨੇ ਕੰਪੀਟੀਸ਼ਨ ਵਧੀਆ ਤਾਂ ਕੀਤਾ, ਕੰਪੀਟੀਸ਼ਨ ਦੇ ਵਿੱਚ ਵਧੀਆ ਪਲੇ ਕੀਤਾ, ਪਰ ਸਰ ਸਮਝਦੇ ਸੀਗੇ ਉਹ ਇਸ ਤੋਂ ਵੀ ਬੈਟਰ ਕਰ ਸਕਦੀ ਹੈ। ਹੁਣ ਸਰ ਨੇ ਕੀ ਕੀਤਾ, ਜਦੋਂ ਉਹ ਕੰਪੀਟੀਸ਼ਨ ਕਰਕੇ ਆ ਗਏ, ਕਾਲਜ ਦੇ ਵਿੱਚ ਵਾਪਸ ਆ ਗਏ, ਤਾਂ ਸਰ ਨੇ ਉਹਨੂੰ ਡੀਮੋਟੀਵੇਟ ਕੀਤਾ। ਸਰ ਨੇ ਕਿਹਾ ਕਿ ਹਰਲੀਨ, ਤੁਸੀਂ ਪ੍ਰੋਪਰਲੀ ਆਪਣਾ ਪੂਰਾ ਐਫਰਟ ਨਹੀਂ ਲਾਇਆ, ਤੁਸੀਂ ਆਪਣਾ ਮਤਲਬ ਕੀਤਾ ਨਹੀਂ ਪ੍ਰੋਪਰ, ਤੇ ਸਰ ਨੇ ਉਹਨੂੰ ਬੀ ਗਰੁੱਪ ਦੇ ਵਿੱਚ ਕਰਤਾ, ਏ ਗਰੁੱਪ ਤੋਂ ਹਟਾ ਕੇ। ਤੇ ਫਿਰ ਉਹ ਹਰਲੀਨ ਨੂੰ ਥੋੜਾ ਜਿਹਾ ਫੀਲ ਹੋਇਆ, ਉਹਨੂੰ ਕ੍ਰੋਧ ਵੀ ਆਇਆ, ਉਹਨੂੰ ਗੁੱਸਾ ਵੀ ਆਇਆ ਕਿ ਮੈਂ ਤਾਂ ਉਹਨੇ ਤਾਂ ਕਿਹਾ ਮੈਂ ਤਾਂ ਆਪਣੇ ਵੱਲੋਂ ਪੂਰਾ ਐਫਰਟ ਲਗਾਇਆ, ਮੈਂ ਤਾਂ ਕੋਈ ਕਮੀ ਨਹੀਂ ਰੱਖੀ। ਤੇ ਫਿਰ ਉਸ ਕੁੜੀ ਨੇ ਕੀ ਕੀਤਾ, ਉਸ ਕੁੜੀ ਨੇ ਆਪਣਾ ਜਿਹੜਾ ਗੁੱਸਾ ਸੀ, ਆਪਣਾ ਕ੍ਰੋਧ ਸੀਗਾ, ਉਹ ਇੱਕ ਤਰ੍ਹਾਂ ਪੋਜ਼ਿਟਿਵ ਵੇ ਚ ਲਾਇਆ। ਕਿੱਦਾਂ ਲਾਇਆ? ਉਹਨੇ ਇੰਨੀ ਮਿਹਨਤ ਕੀਤੀ, ਇੰਨਾ ਐਫਰਟ ਲਾਇਆ, ਉਹਨੇ ਇੰਨੀ ਕੁ ਜ਼ਿਆਦਾ ਮਿਹਨਤ ਕੀਤੀ। ਫਿਰ ਜਦੋਂ ਅਗਲੀ ਵਾਰ ਕੰਪੀਟੀਸ਼ਨ ਹੋਇਆ ਤੇ ਉਸ ਦੇ ਵਿੱਚ ਉਹਨਾਂ ਦੀ ਟੀਮ ਵਿਨਰ ਹੋਈ। ਇਸ ਦੇ ਨਾਲ ਉਸਨੇ ਜਿਹੜੀ ਆਪਣਾ ਗੁੱਸਾ ਸੀਗਾ ਉਹਨੇ ਪੋਜ਼ਿਟਿਵ ਵੇ ਦੇ ਵਿੱਚ ਲਗਾਇਆ। ਪਰ ਜੇ ਉਹ ਨੈਗੇਟਿਵ ਵੇ ਦੇ ਵਿੱਚ ਲੈਂਦੀ ਕਿ ਨਹੀਂ ਜੀ ਮੈਨੂੰ ਸਰ ਨੇ ਗਲਤ ਕਿਹਾ, ਮੈਨੂੰ ਸਰ ਨੇ ਡੀਮੋਟੀਵੇਟ ਕੀਤਾ, ਫਿਰ ਉਹ ਅਗਲੀ ਵਾਰ ਵਿਨ ਕਰ ਸਕਦੀ ਸੀ। ਕਈ ਵਾਰੀ ਡੀਮੋਟੀਵੇਟ ਵੀ ਅਗਰ ਕੋਈ ਸਾਨੂੰ ਕਰਦਾ ਹੈ ਨਾ, ਤਾਂ ਉਹਦੇ ਤੋਂ ਸਾਨੂੰ ਇੱਕ ਪੋਜ਼ਿਟਿਵ ਵੇ ਚ ਜਾਣਾ ਚਾਹੀਦਾ ਹੈ ਕਿ ਹਾਂ ਇਸ ਮਨੁੱਖ ਨੇ ਸਾਨੂੰ ਏਦਾਂ ਕਿਹਾ, ਪਰ ਨਹੀਂ ਹੁਣ ਮੈਂ ਇਹਨੂੰ ਵਧੀਆ ਕਰਕੇ ਦਿਖਾਣਾ ਹੈ। ਸੋ ਇਸ ਤਰ੍ਹਾਂ ਹੀ make your anger so expensive, make your anger so expensive that no one can afford it. ਆਪਣਾ ਐਂਗਰ ਤੁਸੀਂ ਇੰਨਾ ਐਕਸਪੈਂਸਿਵ ਕਰ ਲਓ, ਇੰਨਾ ਮਹਿੰਗਾ ਕਰ ਲਓ ਕਿ ਉਹਨੂੰ ਕੋਈ ਅਫੋਰਡ ਹੀ ਨਾ ਕਰ ਪਾਵੇ। and make your happiness so cheap that everyone can get it free, afford get it free। ਆਪਣੀ ਹੈਪੀਨੈਸ, ਆਪਣੀ ਖੁਸ਼ੀਆਂ ਤੁਸੀਂ ਇੰਨੀਆਂ ਸਸਤੀਆਂ ਕਰ ਲਓ, ਤੁਸੀਂ ਆਪਣੀਆਂ ਖੁਸ਼ੀਆਂ ਇੰਨੀਆਂ ਵੰਡੋ, ਇੰਨੀਆਂ ਸਪਰੈਡ ਕਰੋ ਕਿ ਉਹ ਇੰਨੀਆਂ ਸਸਤੀਆਂ ਹੋਣ ਕਿ ਤੁਸੀਂ ਸਾਰਿਆਂ ਨੂੰ ਖੁਸ਼ ਕਰੋ। ਪਰ ਆਪਣਾ ਕ੍ਰੋਧ ਤੁਸੀਂ ਇੰਨਾ ਮਹਿੰਗਾ ਕਰ ਲਓ ਕਿ ਮਤਲਬ ਕਿ ਅਗਰ ਕੋਈ ਤੁਹਾਨੂੰ ਕੁਝ ਕਹਿ ਵੀ ਰਿਹਾ, ਕੋਈ ਮਾੜਾ ਵੀ ਕਹਿ ਰਿਹਾ, ਤਾਂ ਵੀ ਤੁਹਾਡੇ ਤੇ ਕੋਈ ਮਤਲਬ ਕਿ ਉਸਦਾ ਅਸਰ ਨਹੀਂ ਹੋਏਗਾ। ਜਦੋਂ ਤੁਹਾਡੇ ਚ ਨਿਮਰਤਾ ਆ ਜਾਏਗੀ, ਤੁਹਾਡੇ ਸਹਿਨਸ਼ੀਲਤਾ ਆ ਜਾਏਗੀ, ਤੁਸੀਂ ਜਿੰਨੀ ਬਾਣੀ ਪੜੋਗੇ, ਤੁਸੀਂ ਨਿਤਨੇਮ ਚ ਪੱਕੇ ਹੋਵੋਗੇ, ਉਦਾਂ ਹੀ ਤੁਹਾਡੇ ਅਕਾਲ ਪੁਰਖ ਤੁਹਾਡੇ ਤੇ ਕਿਰਪਾ ਕਰਨਗੇ। ਸੋ ਹਾਊ ਕੈਨ ਵੀ ਕੰਟਰੋਲ ਆਵਰ ਐਂਗਰ ਥਾਟਸ? ਅਸੀਂ ਆਪਣੇ ਐਂਗਰ ਥਾਟਸ ਨੂੰ ਕਿੱਦਾਂ ਕੰਟਰੋਲ ਕਰ ਸਕਦੇ ਹਾਂ? ਫਰਸਟ ਪੁਆਇੰਟ ਹੈ ਜੀ, ਥਿੰਕ ਬਿਫੋਰ ਯੂ ਸਪੀਕ। ਹਮੇਸ਼ਾ ਬੋਲਣ ਤੋਂ ਪਹਿਲਾਂ ਸੋਚੋ। ਅਗਰ ਸਾਨੂੰ ਐਂਗਰ ਆ ਵੀ ਰਿਹਾ ਹੈ ਤੇ ਉਸ ਦੇ ਵਿੱਚ ਵੀ ਤੁਸੀਂ ਪਹਿਲੇ ਬੋਲਣ ਤੋਂ ਪਹਿਲਾਂ ਸੋਚੋ ਕਿ ਮੈਂ ਇਹ ਗੱਲ ਸਹੀ ਹੈ ਜਾਂ ਗਲਤ ਹੈ ਜੋ ਮੈਂ ਬੋਲਣ ਜਾ ਰਹੀ ਹਾਂ। ਕਈ ਵਾਰੀ ਸਾਨੂੰ ਬੋਲ ਕੇ ਬਾਅਦ ਚ ਰਿਅਲਾਈਜ਼ ਹੁੰਦਾ ਹੈ ਕਿ ਮੈਂ ਇਹ ਗੱਲ ਗਲਤ ਕਹੀ ਹੈ। ਸੋ ਥਿੰਕ ਬਿਫੋਰ ਯੂ ਸਪੀਕ, ਬੋਲਣ ਤੋਂ ਪਹਿਲਾਂ ਸੋਚੋ। ਦੂਜਾ ਸਟੈਪ ਹੈ, once you are calm, express your anger। ਜਦੋਂ ਤੁਹਾਨੂੰ ਗੁੱਸਾ ਆਇਆ, ਤੁਸੀਂ ਚੁੱਪ ਕਰ ਗਏ। ਫਿਰ ਜਦੋਂ ਤੁਹਾਡਾ ਗੁੱਸਾ ਠੰਡਾ ਹੋ ਗਿਆ, ਤੁਸੀਂ ਫਿਰ ਆਪਣੀ ਗੱਲ ਸਮਝਾਣੀ ਚਾਹੀਦੀ। ਜਿਹਦੇ ਨਾਲ ਤੁਹਾਨੂੰ ਗੁੱਸਾ ਸੀ, ਫਿਰ ਤੁਸੀਂ ਉਹਨੂੰ ਆਰਾਮ ਨਾਲ, ਪਿਆਰ ਨਾਲ ਉਸਨੂੰ ਆਪਣੀ ਗੱਲ ਸਮਝਾਉਂਦੇ ਹੋ, ਫਿਰ ਉਸਦਾ ਜ਼ਿਆਦਾ ਅਸਰ ਹੁੰਦਾ ਹੈ। ਅਗਰ ਤੁਸੀਂ ਗੁੱਸੇ ਦੇ ਵਿੱਚ ਗੱਲ ਕਰਦੇ ਹੋ ਤਾਂ ਤੁਹਾਡੀ ਗੱਲ ਕੋਈ ਨਹੀਂ ਸੁਣਦਾ, ਪਰ ਜਦੋਂ ਉਹੀ ਗੱਲ ਤੁਸੀਂ ਪਿਆਰ ਨਾਲ, ਆਰਾਮ ਨਾਲ ਸਮਝਾਉਂਦੇ ਹੋ, ਫਿਰ ਸਾਹਮਣੇ ਵਾਲਾ ਪਰਸਨ ਵੀ ਤੁਹਾਡੀ ਗੱਲ ਨੂੰ ਪ੍ਰੋਪਰਲੀ ਸਮਝਦਾ ਹੈ। ਨੈਕਸਟ ਹੈ, ਟੇਕ ਅ ਟਾਈਮ ਆਊਟ। ਜਦੋਂ ਤੁਹਾਨੂੰ ਕ੍ਰੋਧ ਆਉਂਦਾ ਹੈ, ਤੁਸੀਂ ਚੁੱਪ ਕਰ ਜਾਓ, ਤੁਸੀਂ ਸ਼ਾਂਤ ਰਹੋ, ਤੁਸੀਂ ਕੁਛ ਨਾ ਬੋਲੋ। ਇਸ ਤਰ੍ਹਾਂ ਹੀ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਗੱਲ ਕਰੋ। ਸਭ ਤੋਂ ਇੰਪੋਰਟੈਂਟ, ਡੋਂਟ ਹੋਲਡ ਅ ਗ੍ਰਜ। ਕਦੇ ਵੀ ਨੈਗੇਟਿਵ ਪੁਆਇੰਟਸ ਕਿਸੇ ਦੇ, ਕਦੇ ਵੀ ਕਿਸੇ ਦੀਆਂ ਕਹੀਆਂ ਹੋਈਆਂ ਮਾੜੀਆਂ ਗੱਲਾਂ ਆਪਣੇ ਦਿਮਾਗ 'ਚ ਨਾ ਰੱਖੋ। ਸਾਨੂੰ ਗੁੱਸਾ ਆਉਂਦਾ ਹੀ ਉਦੋਂ ਹੈ ਜਦੋਂ ਸਾਡੀ ਇਮੇਜ ਤੇ ਸੱਟ ਵੱਜਦੀ ਹੈ, ਜਦੋਂ ਸਾਡੀ ਈਗੋ ਹਰਟ ਹੁੰਦੀ ਹੈ, ਜਦੋਂ ਸਾਡੀਆਂ ਗੱਲਾਂ ਨਕਾਰੀਆਂ ਜਾਂਦੀਆਂ ਨੇ, ਉਦੋਂ ਹੀ ਸਾਨੂੰ ਗੁੱਸਾ ਆਉਂਦਾ ਹੈ, ਜਦੋਂ ਸਾਡੀ ਗੱਲ ਨਹੀਂ ਮੰਨੀ ਜਾਂਦੀ।
ਰਾਈਟ। ਏਦਾਂ ਹੀ ਕਦੇ ਵੀ ਕਿਸੇ ਦੀ ਨੈਗੇਟਿਵ ਗੱਲ ਨੂੰ ਆਪਣੇ ਕੋਲ ਆਪਣੇ ਦਿਮਾਗ ਦੇ ਵਿੱਚ ਨਾ ਰੱਖੋ ਜੀ। ਸੋ ਇਸੇ ਨਾਲ ਹੀ ਮੈਂ ਅੱਜ ਸਮਾਪਤੀ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਨੂੰ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਚਾਹੀਦਾ ਹੈ। ਜਿਵੇਂ ਕਿ ਮੈਮ ਨੇ ਕਿਹਾ ਕਿ ਅਸੀਂ ਦੂਸਰਿਆਂ ਨਾਲ ਰੋਸ ਕਰਦੇ ਹਾਂ ਤੇ ਆਪਣਾ ਆਪ ਨਹੀਂ ਵਿਚਾਰਦੇ। ਇਸੇ ਤਰ੍ਹਾਂ ਇੱਕ ਇੰਗਲਿਸ਼ ਦੀ ਕੁਐਟ ਹੈ ਜੋ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਹੀ ਹਾਂ। ਹੋਲਡਿੰਗ ਔਨ ਟੂ ਦ ਐਂਗਰ ਇਜ਼ ਡਰਿੰਕਿੰਗ ਪੋਇਜ਼ਨ ਐਂਡ accepting the other one to die। ਮੀਨਸ ਹੋਲਡਿੰਗ ਔਨ ਟੂ ਦ ਐਂਗਰ ਕਿ ਜਦੋਂ ਅਸੀਂ ਗੁੱਸਾ ਮਤਲਬ ਆਪਣੇ ਅੰਦਰ ਪਕੜ ਕੇ ਰੱਖਦੇ ਹਾਂ, ਗੁੱਸਾ ਮਤਲਬ ਕਿ ਛੱਡਦੇ ਹੀ ਨਹੀਂ ਹੈ ਕਿ ਸਾਨੂੰ ਗੁੱਸਾ ਹੈ ਤਾਂ ਅਸੀਂ ਮਤਲਬ ਉਸ ਗੱਲ ਨੂੰ ਨਹੀਂ ਛੱਡਣਾ ਨਹੀਂ ਹੈ, ਤਾਂ ਉਹਦਾ ਮਤਲਬ ਕਿ ਅਸੀਂ ਉਹਨੂੰ ਪੀ ਰਹੇ ਹਾਂ, ਜ਼ਹਿਰ ਦੀ ਤਰ੍ਹਾਂ ਪੀ ਰਹੇ ਹਾਂ। ਤੇ ਜਿਹੜਾ ਅਸੀਂ ਖੁਦ ਜ਼ਹਿਰ ਪੀ ਰਹੇ ਹਾਂ ਬਟ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਦੂਸਰੇ ਦਾ ਉਹਦੇ ਨਾਲ ਨੁਕਸਾਨ ਹੋਏਗਾ, ਦੂਸਰਾ ਉਹਦੇ ਨਾਲ ਮਰ ਜਾਏਗਾ। ਸੋ ਜਿਵੇਂ ਮੈਮ ਨੇ ਕਿਹਾ ਕਿ ਸਾਨੂੰ ਅਗਰ ਕੋਈ ਡੀਮੋਟੀਵੇਟ ਕਰਦਾ, ਸਾਨੂੰ ਗੁੱਸਾ ਆਉਂਦਾ, ਤਾਂ ਸਾਨੂੰ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਲੈਣਾ ਚਾਹੀਦਾ। ਠੀਕ ਹੈ ਜੀ। ਸੋ ਹੁਣ ਮੈਂ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਆਪਣੇ ਸੈਕਿੰਡ ਸੈਸ਼ਨ 1 ਚੱਲਾਂਗੇ। ਤੇ ਜਿਨ੍ਹਾਂ ਬੱਚਿਆਂ ਦੇ ਹੈਂਡ ਰੇਜ਼ ਹੈ ਉਹਨਾਂ ਦਾ ਸੈਕਿੰਡ ਸੈਸ਼ਨ ਤੋਂ ਬਾਅਦ ਆਪਾਂ ਉਹਨਾਂ ਦੇ ਕੁਐਸਚਨਸ ਲਵਾਂਗੇ। ਠੀਕ ਹੈ ਜੀ। ਤੇ ਹੁਣ ਜਿਵੇਂ ਸਾਨੂੰ ਗੁੱਸਾ ਆਉਂਦਾ ਹੈ, ਗੁੱਸੇ ਦਾ ਇੱਕ ਕਾਰਨ ਕੀ ਹੁੰਦਾ ਹੈ? ਸਟ੍ਰੈਸ ਵੀ ਹੁੰਦਾ ਹੈ। ਸਾਨੂੰ ਜਦੋਂ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਤਾਂ ਅਸੀਂ ਫਿਰ ਉਸਨੂੰ ਲੈ ਕੇ ਸਾਡਾ ਧਿਆਨ ਕਿਸੇ ਹੋਰ ਚੀਜ਼ ਨਹੀਂ ਲੱਗਦਾ ਤਾਂ ਅਸੀਂ ਫਿਰ ਗੁੱਸਾ ਕਰਦੇ ਹਾਂ। ਠੀਕ ਹੈ। ਅਕਸਰ ਹੀ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਕਿ ਤੁਹਾਡੀ ਪ੍ਰੋਬਲਮ ਕੀ ਹੈ ਤਾਂ ਉਹਨਾਂ ਦੀ ਮੇਨ ਕਦੋਂ ਜਿਹੜੀ ਪ੍ਰੋਬਲਮ ਹੈ ਉਹ ਸਟ੍ਰੈਸ ਦੇ ਰਿਲੇਟਡ ਹੀ ਹੁੰਦੀ ਹੈ। ਜਿਵੇਂ ਕਿ ਹੁਣ ਕੋਈ ਆਮ ਬੰਦਾ ਹੈ, ਉਹਦੀ ਪ੍ਰੋਬਲਮ ਹੈ ਕਿ ਉਹਨੂੰ ਫੈਮਿਲੀ ਦਾ ਸਟ੍ਰੈਸ ਹੈ ਨਾ, ਕਿਸੇ ਬੰਦੇ ਨੂੰ ਪੋਲਿਟਿਕਸ ਦਾ ਸਟ੍ਰੈਸ ਹੈ, ਕਿਸੇ ਨੂੰ ਆਪਣੇ ਵਰਕ ਦਾ ਪ੍ਰੈਸ਼ਰ ਹੈ, ਉਹਦੇ ਕਰਕੇ ਉਹ ਸਟ੍ਰੈਸ ਵਿੱਚ ਰਹਿੰਦਾ ਹੈ। ਠੀਕ ਹੈ। ਆਪਾਂ ਉਨਾ ਹਾਰਡ ਵਰਕ ਕਰਕੇ ਨਹੀਂ ਥੱਕਦੇ ਹੈਗੇ ਜਿੰਨਾ ਅਸੀਂ ਸਟ੍ਰੈਸ ਦੇ ਨਾਲ ਥੱਕ ਜਾਂਦੇ ਹਾਂ, ਅਸੀਂ ਬਹੁਤ ਲੋ ਫੀਲ ਕਰਦੇ ਹਾਂ। ਸੋ ਇਸੇ ਸਟ੍ਰੈਸ ਨੂੰ ਆਪਾਂ ਕਿਵੇਂ ਕੋਪ ਅਪ ਕਰ ਸਕਦੇ ਹਾਂ, ਇਹ ਸਾਨੂੰ ਦੱਸਣਗੇ ਜੀ। ਅੱਜ ਸੈਕਿੰਡ ਸੈਸ਼ਨ ਲੈ ਰਹੇ ਨੇ ਲਖਵਿੰਦਰ ਕੌਰ ਜੀ, ਜੋ ਕਿ ਸਾਨੂੰ ਸਟ੍ਰੈਸ ਮੈਨੇਜਮੈਂਟ ਬਾਰੇ ਦੱਸਣਗੇ। ਸੋ ਮੈਂ ਬੇਨਤੀ ਕਰਦੀ ਹਾਂ ਕਿ ਲਖਵਿੰਦਰ ਕੌਰ ਜੀ ਨੂੰ ਕਿ ਆਪਣਾ ਸੈਸ਼ਨ ਸਟਾਰਟ ਕਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਦਾ ਮੇਰਾ ਟੌਪਿਕ ਹੈ ਸਟ੍ਰੈਸ ਮੈਨੇਜਮੈਂਟ। ਅੱਜ ਦਾ ਜੋ ਚੱਲ ਰਿਹਾ ਸਾਰਾ ਟੈਨਸ਼ਨ ਵਾਲਾ ਮਾਹੌਲ, ਸਾਰੇ ਲੋਕਾਂ 'ਚ ਟੈਨਸ਼ਨ ਦਾ ਮਾਹੌਲ ਬਣਿਆ ਹੈ। ਅਗਰ ਅਸੀਂ ਅੱਜ ਕੱਲ੍ਹ ਕਿਸੇ ਨੂੰ ਪੁੱਛੀਏ ਕਿ ਤੁਹਾਡਾ ਕੀ ਹਾਲ ਹੈ, ਤਾਂ ਸਾਰਿਆਂ ਵੱਲੋਂ ਐਵੇਂ ਦੇ ਰਿਪਲਾਈ, ਨੈਗੇਟਿਵ ਜਿਹੇ ਰਿਪਲਾਈ ਆਉਂਦੇ ਨੇ। ਬਸ ਠੀਕ ਆ, ਦਿਨ ਕੱਟ ਰਹੇ ਆ, ਟਾਈਮ ਪਾਸ ਹੋ ਰਿਹਾ, ਟਾਈਮ ਪਾਸ। ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੀਵਨ ਮਨੋਰਥ ਸਾਡਾ ਕੀ ਦੱਸਿਆ ਸੀ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਟਾਈਮ ਪਾਸ ਤਾਂ ਸਾਡੇ ਜੀਵਨ ਦਾ ਮਨੋਰਥ ਨਹੀਂ ਦੱਸਿਆ ਸੀ, ਪਰ ਅਸੀਂ ਅੱਜ ਕੱਲ੍ਹ ਜ਼ਿੰਦਗੀ ਨੂੰ ਕੀ ਬਣਾ ਲਿਆ? ਟਾਈਮ ਪਾਸ। ਇਸ ਲਈ ਸਾਡੀ ਜ਼ਿੰਦਗੀ ਵਿੱਚ ਸਟ੍ਰੈਸ ਵੱਧ ਗਿਆ ਹੈ। ਅਸੀਂ ਸਮੇਂ ਦੇ ਨਾਲ ਨਾਲ ਵਿਕਾਸ ਤਾਂ ਕਰ ਰਹੇ ਹਾਂ, ਪਰ ਜਿਹੜਾ ਵਿਕਾਸ ਆ, ਵਿਕਾਸ ਚੋਂ ਕੀ ਨਿਕਲਣਾ ਚਾਹੀਦਾ ਸੀ? ਵਿਕਾਸ ਮਿਲਣਾ ਚਾਹੀਦਾ ਸੀ। ਪਰ ਨਜ਼ਰ ਮਾਰੀਏ ਤਾਂ ਵਿਕਾਸ ਵਿੱਚੋਂ ਵਿਨਾਸ਼ ਨਿਕਲਦਾ ਨਜ਼ਰ ਆ ਰਿਹਾ ਹੈ ਸਾਨੂੰ। ਮੈਂ ਥੋੜੇ ਦਿਨ ਪਹਿਲਾਂ ਇੱਕ ਲੇਡੀ ਨੂੰ ਮਿਲੀ ਸੀ ਔਰ ਉਹ ਲੇਡੀ ਬਹੁਤ ਅਮੀਰ, ਬਹੁਤ ਜ਼ਿਆਦਾ ਅਮੀਰ ਨੇ। ਔਰ ਮੈਂ ਉਹਨਾਂ ਨੂੰ ਪੁੱਛੇ, ਇਹੀ ਸਵਾਲ ਮੈਂ ਉਹਨਾਂ ਨੂੰ ਕੀਤਾ ਕਿ ਆਂਟੀ ਜੀ ਕੀ ਹਾਲ ਹੈ? ਔਰ ਮੈਂ ਉਹਨਾਂ ਦਾ ਜਵਾਬ ਸੁਣ ਕੇ ਹੈਰਾਨ ਸੀ। ਈਵਨ ਉਹਨਾਂ ਕੋਲ ਜ਼ਿੰਦਗੀ ਵਿੱਚ ਇੱਕ ਕਮੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਵੀ ਕਮੀ ਨਹੀਂ, ਕੋਈ ਵੀ ਨਹੀਂ। ਈਵਨ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉਹਨਾਂ ਦੇ ਘਰ ਹੈ। ਪਰ ਫਿਰ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਵੇਂ ਚੱਲ ਰਿਹਾ ਆਂਟੀ ਜੀ, ਔਰ ਉਹ ਰੋ ਰਹੇ ਸੀ ਕਿ ਜ਼ਿੰਦਗੀ ਸਾਡੀਆਂ 4 ਮਿਲਾਂ ਨੇ। ਉਹ ਕਹਿ ਰਹੇ ਸੀ ਸਾਡੀਆਂ 4 ਮਿਲਸ ਨੇ, 4 ਦੇ ਵਿੱਚੋਂ ਹੁਣ 2 ਚੱਲਦੀਆਂ ਨੇ, ਲੋਕਡਾਊਨ ਕਰਕੇ 8 ਘੰਟੇ ਦਾ। ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਸੈਟਿਸਫਾਈ ਨਹੀਂ ਆ। ਇਸ ਲਈ ਸਾਡੀ ਜ਼ਿੰਦਗੀ 'ਚ ਸਟ੍ਰੈਸ ਬਣਿਆ ਆ ਰਿਹਾ। ਕਿਉਂ? ਕਿਉਂਕਿ ਸਾਨੂੰ ਜੀਵਨ ਦੀ ਵਿਧ ਨਹੀਂ ਹੈਗੀ। ਜੀਵਨ ਅਸੀਂ ਜੀ ਰਹੇ ਹਾਂ ਪਰ ਸਾਨੂੰ ਜਿਉਣ ਦੀ ਵਿਧੀ ਨਹੀਂ ਆ ਰਹੀ। ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਜਿਹੀਆਂ ਜੀਵਨ ਜੁਗਤਾਂ ਦੱਸੀਆਂ ਨੇ ਜੋ ਜ਼ਿੰਦਗੀ ਵਿੱਚ, ਸਾਡੀ ਜ਼ਿੰਦਗੀ ਵਿੱਚ ਸਟ੍ਰੈਸ ਨੂੰ ਆਉਣ ਹੀ ਨਹੀਂ ਦਿੰਦੀਆਂ। ਤੇ ਅੱਜ ਉਹੀ ਜੀਵਨ ਜੁਗਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਮੈਂ ਵੀਰ ਜਸਜੋਤ ਵੀਰ ਜੀ ਨੂੰ ਕਹਾਂਗੀ ਕਿ ਵੀਰ ਜੀ ਸਕਰੀਨ ਸ਼ੇਅਰ ਕਰ ਦੇਣ। ਅੱਜ ਦਾ ਟੌਪਿਕ ਸਟ੍ਰੈਸ ਮੈਨੇਜਮੈਂਟ। ਅਸੀਂ ਜੀਵਨ ਜੁਗਤਾਂ ਕੁਝ ਮੈਂ ਦੱਸਾਂਗੀ ਜਿਨ੍ਹਾਂ ਨਾਲ ਅਸੀਂ ਸਟ੍ਰੈਸ ਨੂੰ, ਮਤਲਬ ਸਾਡੀ ਜ਼ਿੰਦਗੀ ਸਟ੍ਰੈਸ ਆਵੇਗਾ ਨਹੀਂ। ਵੀਰ ਜੀ ਪਲੀਜ਼ ਨੈਕਸਟ ਕਰ ਦਿਓ। ਅਸੀਂ ਸਾਰੇ ਸਕਰੀਨ ਤੇ ਦੇਖ ਰਹੇ ਹਾਂ ਨਾ, ਪਿਕ ਦੇਖ ਰਹੇ ਹਾਂ। ਇਹ ECG ਮਸ਼ੀਨ, ਜਦੋਂ ਸਾਡੇ ਸਰੀਰ ਨੂੰ ਇਹ ECG ਮਸ਼ੀਨ ਚੈੱਕ ਕਰਦੀ ਹੈ ਤਾਂ ਐਵੇਂ ਦੀਆਂ ਕਰਵਸ ਬਣਦੀਆਂ ਨੇ, ਅਪ ਡਾਊਨ, ਅਪ ਡਾਊਨ, ਅਪ ਡਾਊਨ।
ਪਰ ਜੇ ਕਹੋ ਬਿਲਕੁਲ ਸਿੱਧੀ ਹੋ ਜਾਵੇ ਤਾਂ ਜ਼ਿੰਦਗੀ ਖਤਮ, ਬੰਦਾ ਖਤਮ। ਉਵੇਂ ਸਾਡੀ ਲਾਈਫ ਹੈ, ਜੇ ਸਾਡੀ ਜ਼ਿੰਦਗੀ ਵਿੱਚ ਅਪਸ ਡਾਊਨ ਆਉਂਦੇ ਰਹਿਣਗੇ ਤਾਂ ਸਾਡੀ ਜ਼ਿੰਦਗੀ ਵਧੀਆ ਹੋਏਗੀ। ਜੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਆ ਜਾਣ, ਸਾਰੇ ਕਹਿੰਦੇ ਨਾ ਸਾਡੀ ਜ਼ਿੰਦਗੀ ਖੁਸ਼ੀਆਂ ਆਣ, ਹੁਣ ਤੁਸੀਂ ਦੇਖੋ ਜੇ ਅਸੀਂ ਕਦੇ ਐਵੇਂ ਹੋਵੇ ਕਿ ਖੁਸ਼ ਅਸੀਂ ਕਦੋਂ ਹੁੰਦੇ ਹਾਂ, ਜ਼ਿਆਦਾਤਰ ਲੋਕ ਏਦਾਂ ਖੁਸ਼ ਹੁੰਦੇ ਨੇ ਵਿਆਹਾਂ ਤੇ ਚੱਲ ਗਏ ਬਹੁਤ ਖੁਸ਼ ਹਾਂ ਜੀ, ਪਾਰਟੀਆਂ ਤੇ ਚੱਲਦੇ ਹੋ ਬਹੁਤ ਖੁਸ਼ ਹਾਂ, ਘੁੰਮਣ ਜਾਂਦੇ ਬਹੁਤ ਖੁਸ਼ ਹਾਂ। ਪਰ ਜੇ ਤੁਸੀਂ ਘੁੰਮਣ ਜਾਂਦੇ ਹੋ, ਵਿਆਹ ਜਾਂਦੇ ਹੋ, ਅਗਰ ਉਹ 1 ਮਹੀਨਾ ਵਿਆਹ ਚੱਲੀ ਜਾਵੇ, 1 ਮਹੀਨਾ ਘੁੰਮੀ ਜਾਈਏ ਤਾਂ ਅਸੀਂ 2 ਦਿਨ ਚ ਬੋਰ ਹੋ ਜਾਂਦੇ ਹਾਂ ਕਿ ਹਾਏ ਕਦੋਂ ਘਰੇ ਜਾਵਾਂਗੇ। ਇਸ ਲਈ ਨਾ ਤਾਂ ਜੇ ਅਸੀਂ ਸੈਡ ਰਵਾਂਗੇ ਤਾਂ ਵੀ ਨਹੀਂ ਅਸੀਂ ਖੁਸ਼ ਰਵਾਂਗੇ, ਪੂਰੀ ਜ਼ਿੰਦਗੀ ਅਸੀਂ ਖੁਸ਼ ਰਵਾਂਗੇ ਤਾਂ ਵੀ ਨਹੀਂ। ਇਸ ਲਈ ਅਪਸ ਡਾਊਨ ਜਿਹੜੇ ਨੇ ਜ਼ਿੰਦਗੀ 'ਚ ਬਹੁਤ ਜ਼ਰੂਰੀ ਨੇ, ਅਪਸ ਡਾਊਨ ਹੀ ਜ਼ਿੰਦਗੀ ਬਣਾਉਂਦੇ ਨੇ। ਵਿਜ ਨੈਕਸਟ ਕਰ ਦਿਓ ਪਲੀਜ਼। ਹਾਂਜੀ, ਹੁਣ ਅਸੀਂ ਦੇਖੀਏ ਦੁੱਖ ਸੁੱਖ ਕੀ ਨੇ। ਸਿੰਪਲ ਜੀ ਗੱਲ ਦੇਖੀਏ, ਦੁੱਖ ਕੀ ਨੇ। ਜੇ ਜ਼ਿੰਦਗੀ ਵਿੱਚ ਅਪਸ ਆ ਜਾਣ ਤਾਂ ਸੁੱਖ ਨੇ, ਜੇ ਡਾਊਨ ਆ ਜਾਣ ਤਾਂ ਦੁਖੀਆਂ ਸੀ। ਮਤਲਬ ਸਾਦੀ ਜੀ ਪਰਿਭਾਸ਼ਾ ਦੀ ਹੈ ਦੁੱਖ ਸੁੱਖ ਦੀ ਤਾਂ ਕੀ ਹੈ, ਮੈਨੂੰ ਲੱਗਦਾ ਜੋ ਇੱਛਾਵਾਂ ਦੀ ਸਾਡੀ ਪੂਰਤੀ ਹੋ ਜਾਂਦੀ ਹੈ ਤਾਂ ਅਸੀਂ ਬਹੁਤ ਸੁਖੀ ਹੁੰਦੇ ਹਾਂ। ਜਦੋਂ ਸਾਡੀ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਕੀ ਹੁੰਦੇ, ਅਸੀਂ ਦੁਖੀ ਹੋ ਜਾਂਦੇ ਹਾਂ। ਐਵੇਂ ਮੈਂ ਇੱਕ ਪਿਕ ਦੇਖੀ ਸੀ, ਉਹਦੇ ਵਿੱਚ ਕੀ ਸੀ, ਕੋਬਰਾ ਨੇ ਨਾ ਆਪਣੇ ਮੂੰਹ ਦੇ ਵਿੱਚ ਡੱਡੂ ਰੱਖਿਆ ਹੋਇਆ ਸੀ। ਕੋਬਰਾ ਦਾ ਮੂੰਹ ਖੁੱਲਾ ਸੀ, ਉਹਨੇ ਆਪਣੇ ਮੂੰਹ ਦੇ ਵਿੱਚ ਇੱਕ ਡੱਡੂ ਰੱਖਿਆ ਹੋਇਆ ਸੀ, ਔਰ ਜਿਹੜਾ ਡੱਡੂ ਸੀ ਕੋਬਰਾ ਦੇ ਮੂੰਹ 'ਚ, ਉਹਦਾ ਵੀ ਮੂੰਹ ਖੁੱਲਾ ਸੀ। ਕਾਹਦੇ ਲਈ? ਮੱਛਰ ਦੀ ਆਸ 'ਚ। ਮੌਤ ਦੇ ਮੂੰਹ 'ਚ ਹੁੰਦੇ ਹੋਏ ਵੀ ਡੱਡੂ ਨੂੰ ਆਸ ਸੀ, ਕਾਹਦੀ? ਮੱਛਰ ਦੀ। ਇੱਛਾ ਸੀ, ਮੌਤ ਦੇ ਮੂੰਹ 'ਚ ਵੀ ਉਹਨੂੰ ਹਲੇ ਇੱਛਾ ਉਹਦੀ ਮਰੀ ਨਹੀਂ ਸੀ। ਮਤਲਬ ਸਾਡੀਆਂ ਇੱਛਾਵਾਂ ਹੀ ਸਾਨੂੰ ਸਟ੍ਰੈਸ ਪੈਦਾ ਕਰਦੇ ਨੇ। ਜਿਸ ਦਿਨ ਸਾਡੀਆਂ ਇੱਛਾਵਾਂ ਖਤਮ ਹੋ ਗਈਆਂ ਤਾਂ ਸਟ੍ਰੈਸ ਤਾਂ ਸਾਡਾ ਆਪੇ ਹੀ ਖਤਮ ਹੋ ਜਾਵੇਗਾ। ਇਹ ਜੁਗਤਾਂ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀਆਂ ਨੇ। ਵੀਰ ਜੀ ਪਲੀਜ਼ ਨੈਕਸਟ ਕਰ ਦਿਓ। ਟੈਨਸ਼ਨ ਸਭ ਤੋਂ ਵੱਡਾ ਕਾਰਨ ਹੈ ਸਾਡੇ ਸਟ੍ਰੈਸ ਦਾ। ਟੈਨਸ਼ਨ ਕੀ ਹੈ? ਅੱਜ ਅਗਰ ਕਿਸੇ ਨੂੰ ਵੈਸੇ ਗੱਲ ਕਰੀਏ ਨਾ ਤਾਂ ਕਹਿੰਦੇ ਬਹੁਤ ਟੈਨਸ਼ਨ ਹੈ ਮੈਨੂੰ। ਕਾਹਦੀ ਟੈਨਸ਼ਨ? ਪਾਸਟ ਦੀ, ਜੋ ਬੀਤ ਗਿਆ ਉਹਦੀ ਟੈਨਸ਼ਨ। ਹੋਰ ਕਾਹਦੀ? ਭਵਿੱਖ ਦੀ ਚਿੰਤਾ। ਜਾਂ ਤਾਂ ਭਵਿੱਖ ਬਾਰੇ ਸੋਚਦੇ ਰਹਿੰਦੇ ਹਾਂ ਜਾਂ ਅਸੀਂ ਪਾਸਟ ਬਾਰੇ ਸੋਚਦੇ ਰਹਿੰਦੇ ਹਾਂ। ਕੋਈ ਵੀ ਇਨਸਾਨ ਹੈ ਜਿਹੜਾ ਵਰਤਮਾਨ ਵਿੱਚ ਨਹੀਂ ਜੀ ਰਿਹਾ। ਗੁਰੂ ਸਾਹਿਬ ਨੇ ਕਿਹਾ ਨਾ, ਗਿਫਟ ਹੈ ਸਾਡਾ ਜਿਹੜਾ ਪ੍ਰੈਜ਼ੈਂਟ ਹੈ, ਜੋ ਵਰਤਮਾਨ ਹੈ ਉਹ ਸਾਡੇ ਲਈ ਪ੍ਰੈਜ਼ੈਂਟ ਹੈ, ਨਾਮ ਹੀ ਪ੍ਰੈਜ਼ੈਂਟ ਹੈ। ਕੋਈ ਵੀ ਵਰਤਮਾਨ ਵਿੱਚ ਨਹੀਂ ਜਿਉਂਦਾ, ਜਾਂ ਪ੍ਰੈਜ਼ੈਂਟ ਬਾਰੇ ਜਾਂ ਪਾਸਟ ਬਾਰੇ ਸੋਚੀ ਜਾ ਰਹੇ ਹਾਂ ਜਾਂ ਅਸੀਂ ਫਿਊਚਰ ਬਾਰੇ ਸੋਚੀ ਜਾ ਰਹੇ। ਕਿਹਾ ਜਾਂਦਾ ਨਾ, ਜਿਹਾ ਬੀਜੇ ਸੋ ਲਾਉਣੇ। ਜੇ ਅਸੀਂ ਜੋ ਬੀਜ ਦਿੱਤਾ ਆ ਉਹਨੂੰ ਛੱਡ ਦਿਓ, ਜੋ ਬੀਜਿਆ ਉਹੀ ਵੱਢਣਾ ਆ। ਅਸੀਂ ਕੱਲ ਦੇ ਬੀਜੇ ਹੋਏ ਨੂੰ ਸੋਚ ਕੇ ਅੱਜ ਬਾਰੇ ਅੱਜ ਕਿਉਂ ਖਰਾਬ ਕਰ ਰਹੇ ਹਾਂ? ਅੱਜ ਕੀ ਕਰਨਾ ਸੀ? ਅੱਜ ਬਾਰੇ ਸੋਚੋ, ਅੱਜ ਸਹੀ ਬੀਜਾਂਗੇ ਤਾਂ ਕੱਲ ਸਹੀ ਵੱਢ ਸਕਾਂਗੇ। ਇਸ ਲਈ ਸਾਨੂੰ ਕਦੇ ਵੀ ਪਾਸਟ ਜਾਂ ਫਿਊਚਰ 'ਚ ਨਹੀਂ ਪੈਣਾ ਚਾਹੀਦਾ, ਪ੍ਰੈਜ਼ੈਂਟ 'ਚ ਜੀਣਾ ਚਾਹੀਦਾ ਜੇ ਅਸੀਂ ਸਟ੍ਰੈਸ ਰਿਲੀਫ ਲੈਣਾ ਹੈ। ਵਿੱਚ ਪਲੀਜ਼ ਅੱਗੇ ਕਰ ਦਿਓ, ਬੀ ਇਨ ਦਾ ਮੂਮੈਂਟ। ਅਸੀਂ ਅੱਜ 'ਚ ਜੀਣਾ ਆ। ਨੈਕਸਟ ਵੀਰ ਜੀ, ਫੋਕਸ ਕਰਨਾ ਸੀ ਪ੍ਰੈਜ਼ੈਂਟ ਤੇ। ਠੀਕ ਹੈ ਜੀ। ਨੈਕਸਟ ਅਸੀਂ ਕੀ ਹੈ? ਨੈਕਸਟ ਵੀਰ ਜੀ, ਸਭ ਤੋਂ ਵੱਡਾ ਸਾਡੀ ਜ਼ਿੰਦਗੀ ਦਾ ਦੁੱਖ ਕੀ ਹੈ? ਦੂਜਾ ਸੁਖੀ ਕਿਉਂ ਹੈ? ਅਸੀਂ ਸਾਰੇ ਦੇਖਦੇ ਹਾਂ, ਜੇ ਗੁਆਂਢੀਆਂ ਦੀ ਕੁੜੀ ਬਾਹਰ ਚਲੀ ਗਈ ਸਾਡੇ ਟੈਨਸ਼ਨ ਹੋ ਜਾਂਦੀ ਹੈ, ਹਾਏ ਉਹ ਬਾਹਰ ਚਲੀ ਗਈ, ਸਾਡੇ ਬੱਚੇ ਪਤਾ ਨਹੀਂ ਕਦੋਂ ਬਾਹਰ ਜਾਣਗੇ, ਹਾਏ ਉਹਨੇ 90% ਲੈ ਲਏ, ਸਾਡੇ ਪਤਾ ਨਹੀਂ ਕਦੋਂ ਆਉਣਗੇ। ਮਤਲਬ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸਟ੍ਰੈਸ ਪੈਦਾ ਕਰਦੀਆਂ ਸਾਡੀ ਲਾਈਫ ਦੇ ਵਿੱਚ। ਹੁਣ ਅਸੀਂ ਇੱਥੇ ਇਹ ਦੇਖੀਏ ਕਿ ਹੁਣ ਸਾਰਿਆਂ ਦੇ, ਮੈਂ ਇਹ ਗੱਲ ਕੀਤੀ, ਸਾਰਿਆਂ ਦੇ ਦਿਮਾਗ 'ਚ ਇੱਕੋ ਹੀ ਗੱਲ ਆਈ ਹੋਏਗੀ ਕਿ ਉਹ ਇਨਸਾਨ ਸਾਡੇ ਦਿਮਾਗ 'ਚ ਆਏਗਾ ਜੋ ਏਦਾਂ ਸੋਚਦਾ, ਦੂਜੇ ਦੀ ਐਵੇਂ ਦੀ ਚੀਜ਼ ਨੂੰ ਸੋਚਦਾ ਕਿ ਹਾਂ ਉਹ ਇਨਸਾਨ ਹੈ ਜਿਹੜਾ ਮੇਰੀ ਖੁਸ਼ੀ ਤੇ ਖੁਸ਼ ਨਹੀਂ ਹੁੰਦਾ। ਪਰ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਗਰ ਸਾਡੇ ਕਿਸੇ ਰਿਲੇਟਡ ਬੰਦੇ ਨੂੰ ਕੋਈ ਅਚੀਵਮੈਂਟ ਮਿਲਦੀ ਹੈ ਕਿ ਅਸੀਂ ਉਹਦੇ ਨਾਲ ਖੁਸ਼ ਹੁੰਨੇ ਆ, ਅਸੀਂ ਖੁਸ਼ੀ ਮਨਾਉਂਦੇ ਹਾਂ, ਭਾਵੇਂ ਉੱਪਰੋਂ ਅਸੀਂ ਕਹਿ ਦਈਏ ਹਾਂ ਵੈਰੀ ਗੁੱਡ, ਬਹੁਤ ਵਧੀਆ, ਪਰ ਅਸੀਂ ਅੰਦਰੋਂ ਖੁਸ਼ੀ ਹੁੰਨੇ ਆ। ਅਗਰ ਅਸੀਂ ਅੰਦਰੋਂ ਖੁਸ਼ ਹੁੰਨੇ ਆ ਨਾ ਤਾਂ ਸਾਡੇ ਜੀਵਨ 'ਚ ਸਟ੍ਰੈਸ ਨਹੀਂ ਆਏਗਾ। ਪਰ ਜੇ ਅਸੀਂ ਦੂਜੇ ਨੂੰ ਦੇਖ ਕੇ ਦੁਖੀ ਆ, ਦੂਜਾ ਸੁਖੀ ਕਿਉਂ ਆ, ਇਸ ਲਈ ਦੁਖੀ ਆ, ਫਿਰ ਸਾਡੀ ਜ਼ਿੰਦਗੀ 'ਚ ਸਟ੍ਰੈਸ ਨਹੀਂ ਜਾਏਗਾ। ਨੈਕਸਟ ਵੀਰ ਜੀ, ਜ਼ਿਆਦਾਤਰ ਕੀ ਹੈ, ਜੋ ਸੋਚਦੇ ਹੋ ਆਮ ਕਰ। ਇੱਕ ਤਾਂ ਅਸੀਂ ਸੋਚਦੇ ਬੜਾ ਆ, ਬਹੁਤ ਜ਼ਿਆਦਾ ਸੋਚਦੇ ਆ, ਵਿਹਲੇ ਬੈਠੇ ਅੱਜ ਕੱਲ ਤਾਂ ਵੈਸੇ ਲੋਕ ਵਿਹਲੇ ਸੋਚਣ ਤੇ ਸਾਰਾ ਟਾਈਮ ਵੇਸਟ ਕਰਦੇ ਨੇ, ਸੋਚਦੇ ਰਹਿੰਦੇ ਨੇ, ਕਾਸ਼ ਆਹ ਹੋ ਜਾਏ, ਕਾਸ਼ ਆਹ ਨਹੀਂ ਹੁੰਦੇ, ਕਾਸ਼ ਆਹ। ਮਤਲਬ ਤੁਸੀਂ ਇੱਕ ਇਹ ਸੋਚੋ ਕਿ ਅਸੀਂ ਜੋ ਕੱਲ ਸੋਚਿਆ ਸੀ ਕਿ ਉਹ ਅੱਜ ਹੋਇਆ। ਸਾਰੇ ਸੋਚੋ ਕਿ ਕੱਲ ਜੋ ਸੋਚਿਆ ਸੀ ਕਾਸ਼ ਆਹ ਜੋ ਅੱਜ ਹੋਇਆ, ਫਿਰ ਜੋ ਹੁੰਦਾ ਹੀ ਨਹੀਂ, ਫਿਰ ਅਸੀਂ ਕਿਉਂ ਸੋਚ ਕੇ ਆਪਣਾ ਟਾਈਮ ਵੇਸਟ ਕਰਦੇ ਹਾਂ? ਜੋ ਮੁਸੀਬਤਾਂ ਆਣੀਆਂ ਹੀ ਨਹੀਂ, ਅੱਜ ਸੋਚਿਆ ਨੇ ਹਾਏ ਸ਼ਾਇਦ ਕੱਲ ਨੂੰ ਆਹ ਹੋ ਜਾਣਾ, ਫਿਰ ਕਿਉਂ ਸੋਚ ਕੇ ਆਪਣਾ ਟਾਈਮ ਵੇਸਟ ਕਰਦੇ ਹਾਂ? ਵਿਚ ਨੈਕਸਟ ਇੱਕ ਰਾਈਟਰ, ਵਿਚ ਨੈਕਸਟ ਪਲੀਜ਼, ਇੱਕ ਰਾਈਟਰ ਹੈ, ਉਹ ਕਹਿੰਦੇ ਨੇ I have no a great many troubles but most of them never happened। ਮੈਂ ਬਹੁਤ ਸਾਰੀ ਮੁਸੀਬਤਾਂ ਨੂੰ ਜਾਣਦਾ ਹਾਂ, ਉਹ ਕਹਿੰਦੇ ਨੇ, ਪਰ ਮੈਂ ਮਿਲਿਆ ਨਹੀਂ, ਵਾਪਰੀਆਂ ਨਹੀਂ ਕਦੇ। ਉਹੀ ਹੈ ਸਾਡਾ ਹਾਲ ਹੈ, ਅਸੀਂ ਮੁਸੀਬਤਾਂ ਸੋਚਦੇ ਰਹਿੰਦੇ ਆਹ ਮੁਸੀਬਤ ਆ ਜਾਏਗੀ, ਆਹ ਆ ਜਾਏਗੀ, ਪਰ ਆਉਂਦੀਆਂ ਨਹੀਂ। ਕਿਉਂ? ਕਿਉਂਕਿ ਸਾਡੇ ਨਾਲ ਗੁਰੂ ਸਾਹਿਬ ਹੁੰਦੇ ਨੇ, ਉਹ ਸਾਨੂੰ ਮੁਸੀਬਤਾਂ ਤੋਂ ਬਚਾ ਲੈਂਦੇ ਨੇ।
ਇਸ ਲਈ ਅਗਰ ਅਸੀਂ ਸੋਚਣਾ ਘੱਟ ਕਰਦੇ ਨਾ ਤਾਂ ਸ਼ਾਇਦ ਅੱਧੀਆਂ ਟੈਨਸ਼ਨਾਂ ਸਾਡੀਆਂ ਇੱਥੇ ਖਤਮ ਹੋ ਜਾਣ। ਵਿੱਚ ਨੈਕਸਟ ਪਲੀਜ਼। ਜ਼ਿੰਦਗੀ ਵਿੱਚ ਜੋ ਨਹੀਂ ਅਸੀਂ ਉਸ ਤੇ ਝੂਰਦੇ ਰਹਿੰਦੇ ਆ। ਸਾਡੀ ਜ਼ਿੰਦਗੀ ਵਿੱਚ ਜੋ ਨਹੀਂ ਹੈਗਾ ਨਾ ਅਸੀਂ ਉਹਦੇ ਤੇ ਕਿਵੇਂ ਝੂਰਦੇ ਆ। ਅੱਜ ਕੱਲ ਦੌੜ ਬਣੀ ਹੋਈ ਹੈ, ਇੱਕ ਮਾਇਆ ਦੀ ਲੋੜ ਹੁੰਦੀ ਹੈ, ਇੱਕ ਮਾਇਆ ਦੀ ਦੌੜ ਹੁੰਦੀ ਹੈ। ਮਾਇਆ ਦੀ ਲੋੜ ਤੇ ਮਾਇਆ ਦੀ ਦੌੜ 'ਚ ਬੜੀ ਫਰਕ ਹੈ। ਜਦੋਂ ਅਸੀਂ ਮਾਇਆ ਦੀ ਦੌੜ ਵੱਲ ਭੱਜ ਲੈਂਦੇ ਆ ਨਾ ਤਾਂ ਅਸੀਂ ਦੁਖੀ ਹੁੰਦੇ ਆ। ਹੁਣ ਅਸੀਂ ਕੁਐਸਚਨ ਆਉਂਦਾ ਮਨ 'ਚ ਸਾਡੇ ਕਿ ਸਾਨੂੰ ਪਤਾ ਕਿਵੇਂ ਲੱਗਿਆ ਕਿ ਅਸੀਂ ਮਾਇਆ ਦੀ ਦੌੜ 'ਚ ਆ। ਤਾਂ ਇਹਦਾ ਇੱਥੇ ਇੱਕ ਜਵਾਬ ਆ, ਜਦੋਂ ਸਾਨੂੰ ਲੱਗੇ ਨਾ ਕਿ ਸਾਡਾ ਮਨ ਅਸ਼ਾਂਤ ਰਹਿਣ ਲੱਗ ਗਿਆ, ਆਨੰਦ ਮੁੱਕ ਗਿਆ ਜ਼ਿੰਦਗੀ 'ਚੋਂ, ਅਸੀਂ ਦੁਖੀ ਰਹਿਣ ਲੱਗ ਗਿਆ, ਤਾਂ ਸਮਝ ਲਓ ਅਸੀਂ ਮਾਇਆ ਦੀ ਦੌੜ ਦੇ ਪਿੱਛੇ ਲੱਗੇ ਆ। ਜਦੋਂ ਵੀ ਅਸੀਂ ਸੋਚਦੇ ਆ ਨਾ ਕਿ ਮੇਰੇ ਕੋਲ ਆ ਵੀ ਆ ਜੇ, ਆ ਵੀ ਆ ਜੇ, ਆ ਵੀ ਆ ਜੇ, ਆ ਵੀ ਆ ਜੇ, ਤਾਂ ਅਸੀਂ ਦੁਖੀ ਹੁੰਦੇ ਆ। ਇਹਦੇ ਲਈ ਅਸੀਂ ਇੱਕ ਐਕਸਰਸਾਈਜ਼ ਕਰ ਸਕਦੇ ਹਾਂ। ਅਸੀਂ ਇੱਕ ਪੇਜ ਲਈਏ, ਪੇਜ ਤੇ ਲਿਖੀਏ ਉਹ ਚੀਜ਼ਾਂ, ਲਿਖੀਏ ਇੱਕ ਪਾਸੇ ਜਿਹੜੀਆਂ ਸਾਨੂੰ ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਤੇ ਦੂਜੇ ਪਾਸੇ ਲਿਖੀਏ ਜਿਹੜੀਆਂ ਵਾਹਿਗੁਰੂ ਜੀ ਨੇ ਸਾਨੂੰ ਨਹੀਂ ਦਿੱਤੀਆਂ। ਜਿਹੜੀਆਂ ਸਾਨੂੰ ਵਾਹਿਗੁਰੂ ਜੀ ਨੇ ਦਿੱਤੀਆਂ ਨੇ ਉਹ ਅਸੀਂ ਲਿਖਾਂਗੇ, ਸਾਡਾ ਪੇਜ ਖਤਮ ਹੋ ਜਾਏਗਾ, ਪਰ ਉਹ ਚੀਜ਼ਾਂ ਨਹੀਂ ਖਤਮ ਹੋਣੀਆਂ ਲਿਖਦੇ। ਪਰ ਜਿਹੜੀਆਂ ਚੀਜ਼ਾਂ ਨਹੀਂ ਦਿੱਤੀਆਂ 1 2 3 4 5 ਲਿਖਾਂਗੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਯਾਦ ਮਤਲਬ ਹੋਏਗੀ ਨਹੀਂ ਐਵੇਂ ਦੀ ਚੀਜ਼ ਕਿ ਕਿਹੜੀ ਚੀਜ਼ ਹੈ ਜਿਹੜੀ ਵਾਹਿਗੁਰੂ ਨੇ ਸਾਨੂੰ ਨਹੀਂ ਦਿੱਤੀ। ਹੁਣ ਅਸੀਂ 100 ਚੀਜ਼ਾਂ ਸਾਡੇ ਕੋਲ ਵਾਹਿਗੁਰੂ ਜੀ ਦਿੰਦੇ ਨੇ, ਪਰ ਉਹਦੇ ਵਿੱਚੋਂ 5-7 ਚੀਜ਼ਾਂ ਸਾਨੂੰ ਨਹੀਂ ਮਿਲਦੀਆਂ ਤੇ ਉੱਤੇ ਅਸੀਂ ਦੁਖੀ ਹੋ ਕੇ ਬੈਠਦੇ ਹਾਂ ਵੀ ਇਹ ਕਿਉਂ ਨਹੀਂ ਦਿੱਤੀਆਂ। ਅਗਰ ਅਸੀਂ ਉੱਥੇ ਇਹ ਸੋਚੀਏ ਕਿ ਵਾਹਿਗੁਰੂ ਜੀ ਨੇ ਸਾਨੂੰ ਤਾਂ ਨਹੀਂ ਦਿੱਤੀਆਂ ਕਿਉਂਕਿ ਸਾਡੇ ਲਈ ਨਹੀਂ ਸਹੀ, ਵਾਹਿਗੁਰੂ ਜੀ ਨੇ ਸਾਡੇ ਲਈ ਹੋਰ ਕੁਝ ਸੋਚਿਆ ਹੋਇਆ, ਵਧੀਆ ਸੋਚਿਆ ਹੋਇਆ, ਤਾਂ ਸ਼ਾਇਦ ਸਾਡੀ ਜ਼ਿੰਦਗੀ 'ਚੋਂ ਸਟ੍ਰੈਸ ਖਤਮ ਹੋ ਜਾਏ। ਨੈਕਸਟ ਪੇਜ ਜੀ। ਸਟ੍ਰੈਸ ਨੂੰ ਰਿਲੀਫ ਕਰਨ ਲਈ ਇਹ ਲਾਈਨਸ ਨੇ, ਸਮੂਥ ਰੋਡਸ ਨੈਵਰ ਮੇਕ ਗੁੱਡ ਡਰਾਈਵਰਸ। ਜੇ ਵਧੀਆ ਸੜਕਾਂ ਚੱਲਦੀਆਂ ਜਿਵੇਂ ਮੈਂ ਡਰਾਈਵ ਕਰਦੀ ਹਾਂ, ਜਿਵੇਂ ਸਿੱਧੀ ਸੜਕ ਹੋਵੇ ਐਨ ਬਿਲਕੁਲ ਮੈਂ ਬਹੁਤ ਅੱਛੀ ਡਰਾਈਵ ਕਰ ਲੈਂਦੀ ਹਾਂ, ਪਰ ਜਦੋਂ ਵੀ ਖੱਡੇ ਆ ਗਏ ਜਾਂ ਮੋੜ ਮੁੜਨਾ ਹੋਵੇ ਫਿਰ ਮੈਂ ਆਪਣੇ ਹਸਬੈਂਡ ਕਹਿੰਦੇ ਤੁਸੀਂ ਕਰੋ ਨਹੀਂ ਰਤਨਦੀ। ਮਤਲਬ ਇਹ ਹੈ ਨਾ, ਜਦੋਂ ਅੱਛਾ ਡਰਾਈਵਰ ਬਣਨਾ ਹੈ ਤਾਂ ਵਧੀਆ ਨਾ ਹੋਣ ਸੜਕਾਂ ਫੇਰ ਬਣਦਾ ਅੱਛਾ ਡਰਾਈਵਰ। ਉਵੇਂ ਹੀ ਸੀ ਅਗਰ ਵਧੀਆ ਹੋਣਗੇ ਫਿਰ ਤਾਂ ਕਰਾਂਗੇ, ਵਧੀਆ ਸੇਲਰ ਬਣਾਂਗੇ। ਸੀ ਦੇ ਵਿੱਚ ਹਲਚਲ ਹੋਵੇ ਫਿਰ ਕਰਕੇ ਦੇਖੋ, ਫਿਰ ਪਤਾ ਲੱਗੇਗਾ ਜ਼ਿੰਦਗੀ ਦਾ ਕੀ ਹੈ। ਕਲੀਅਰ ਸਕਾਈਜ਼ ਨੈਵਰ ਮੇਕ ਗੁੱਡ ਪਾਇਲਟਸ। ਕਲੀਅਰ ਸਕਾਈ ਤੇ ਤਾਂ ਹਰ ਪਾਇਲਟ ਉਡਾਨ ਮਾਰ ਲੇਗਾ, ਪਰ ਜਦੋਂ ਬਾਰਿਸ਼ ਹੋ ਰਹੀ ਹੋਵੇ, ਗੜੇ ਪੈ ਰਹੇ ਹੋਣ, ਫਿਰ ਪਤਾ ਲੱਗਦਾ ਅੱਛਾ ਪਾਇਲਟ ਕੌਣ ਹੈ, ਕੌਣ ਕੰਟਰੋਲ ਕਰ ਸਕਦਾ ਵਾ ਜਹਾਜ਼ ਨੂੰ। ਉਸ ਤੋਂ ਬਾਅਦ ਪ੍ਰੋਬਲਮ ਫ੍ਰੀ ਲਾਈਫ ਨੈਵਰ ਮੇਕ ਅ ਸਟਰੋਂਗ ਐਂਡ ਅ ਗੁੱਡ ਪਰਸਨ। ਜੇ ਸਾਡੀ ਲਾਈਫ 'ਚ ਪ੍ਰੋਬਲਮਸ ਨਹੀਂ ਹੋਣਗੀਆਂ ਫਿਰ ਅਸੀਂ ਗੁੱਡ ਪਰਸਨ ਬਣ ਹੀ ਨਹੀਂ ਸਕਦੇ। ਉਵੇਂ ਸਾਡੇ ਵੀਰ ਜੀ ਸਰਬਜੀਤ ਵੀਰ ਜੀ ਨੇ ਕੈਂਪ 'ਚ ਸਾਨੂੰ ਸਭ ਤੋਂ ਵੱਡੀ ਕੀ ਸਿਖਾਈ ਹੈ ਚੀਜ਼, ਮੁਸ਼ਕਿਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਉਹਨਾਂ ਦੀ ਇਹ ਗੱਲ ਮੈਨੂੰ ਬਹੁਤ ਅੱਛੀ ਲੱਗੀ ਤੇ ਸ਼ਾਇਦ ਉਹਨਾਂ ਦੇ ਕੈਂਪ ਲਾ ਕੇ ਮੈਂ ਮਜ਼ਬੂਤ ਹੋ ਗਈ ਹਾਂ ਹੁਣ ਥੋੜੀ। ਨੈਕਸਟ ਵੀਰ ਜੀ। ਕਦੇ ਵੀ ਲਾਈਫ ਦੇ ਵਿੱਚ ਇਹ ਨਾ ਕਹੋ ਵਾਈ ਮੀ। ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਾ, ਪਤਾ ਨਹੀਂ ਕਿਉਂ ਰੱਬ ਨੂੰ ਮੇਰੇ ਨਾਲ ਕੀ ਦੁਸ਼ਮਣੀ ਹੈ, ਏਦਾਂ ਹੀ ਮੇਰੇ ਨਾਲ ਹੀ ਹੁੰਦਾ ਹਮੇਸ਼ਾ। ਕਦੇ ਵੀ ਏਦਾਂ ਨਾ ਕਹੋ, ਹਮੇਸ਼ਾ ਕਹੋ ਟਰਾਈ ਮੀ। ਹਾਂ ਮੈਨੂੰ ਟਰਾਈ ਕਰੋ, ਮੇਰੇ ਤੇ ਆਓ, ਮੁਸ਼ਕਿਲ ਮੇਰੇ ਤੇ ਆਵੇ ਤਾਂ ਕਿ ਮੈਂ ਹੋਰ ਨਿਖਰ ਸਕਾਂ। ਵੀਰ ਜੀ ਨੈਕਸਟ। ਵਾਹਿਗੁਰੂ ਜੀ ਸਾਨੂੰ ਇਹ ਨਹੀਂ ਕਹਿੰਦੇ, ਨੈਕਸਟ ਵੀਰ ਜੀ, ਵਾਹਿਗੁਰੂ ਜੀ ਸਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਕਮਾਓ ਨਾ, ਵਾਹਿਗੁਰੂ ਜੀ ਸਾਨੂੰ ਇਹ ਨਹੀਂ ਕਹਿੰਦੇ ਤੁਸੀਂ ਅਮੀਰ ਨਾ ਬਣੋ। ਵਾਹਿਗੁਰੂ ਜੀ ਤਾਂ ਸਾਨੂੰ ਕਹਿੰਦੇ ਨੇ ਤੂੰ ਮੋਤੀਆਂ ਦੇ ਮੰਦਿਰ ਉਸਾਰ, ਉਹਨਾਂ ਵਿੱਚ ਰਤਨ ਜਵਾਹਰ ਸਭ ਕੁਝ ਜੜ। ਮਤਲਬ ਉਹ ਸਾਨੂੰ ਕਹਿੰਦੇ ਜਿੰਨਾ ਅਮੀਰ ਹੋਣਾ ਚਾਹੁੰਦਾ ਹੋ, ਪਰ ਕਦੇ ਵੀ ਵਾਹਿਗੁਰੂ ਜੀ ਕਹਿੰਦੇ ਨੇ ਕਿ ਕਿਤੇ ਮਤ ਦੇਖ ਭੁੱਲਾਂ ਵਿਸਰੇ ਤੇਰੇ ਚਿੱਤ ਨਾਵੇ ਨਾ ਹੋ। ਕਿਤੇ ਇਹ ਚੀਜ਼ਾਂ ਦੇਖ ਕੇ, ਸਾਰੀਆਂ ਚੀਜ਼ਾਂ ਦੇਖ ਕੇ ਤੂੰ ਵਾਹਿਗੁਰੂ ਜੀ ਨੂੰ ਨਾ ਵਿਸਾਰ ਦੇਵੀਂ। ਉਵੇਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਜੇਕਰ ਸਟ੍ਰੈਸ ਵੱਧ ਰਿਹਾ ਹੈ, ਖੁਸ਼ੀਆਂ ਘਟ ਰਹੀਆਂ ਨੇ, ਸਟ੍ਰੈਸ ਹੀ ਵੱਧ ਰਿਹਾ, ਤਾਂ ਇੱਕੋ ਇੱਕ ਕਾਰਨ ਹੈ, ਸਾਨੂੰ ਦੇਣ ਵਾਲਾ ਪਰਮਾਤਮਾ ਵਿਸਰ ਰਿਹਾ ਹੈ। ਕਹਿੰਦੇ ਨਾ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਅਸੀਂ ਅਗਰ ਮੋਬਾਈਲ ਦੀ ਗੱਲ ਕਰੀਏ, ਮੋਬਾਈਲ ਦੇ ਵਿੱਚ ਜੋ ਬੈਲੈਂਸ ਵੀ ਹੋਵੇ, ਸਭ ਕੁਝ ਹੋਵੇ, ਚਾਰਜ ਵੀ ਪੂਰਾ ਹੋਵੇ, ਜੇ ਨੈਟਵਰਕ ਨਾ ਹੋਵੇ ਨਾ ਤਾਂ ਡੱਬਾ ਆ ਫੋਨ। ਉਵੇਂ ਸਾਡੀ ਜ਼ਿੰਦਗੀ ਹੈ, ਸਾਡੀ ਜ਼ਿੰਦਗੀ ਵਿੱਚ ਕੋਈ ਕਮੀ ਨਾ ਹੋਵੇ, ਪਰ ਜੇ ਸਾਨੂੰ ਰੱਬ ਵਿਸਰ ਗਿਆ, ਪਰਮਾਤਮਾ ਵਿਸਰ ਗਿਆ, ਤੇ ਅਸੀਂ ਕਿਸੇ ਜੋਗੇ ਨਹੀਂ ਹੈਗੇ। Would you please next? Life is like a piano. White keys are happy moments, black keys are sad moments. But remember, both keys are played together to give sweet music. This is a life. Life's ups down ਹੋਣਗੇ ਤਾਂ ਹੀ ਲਾਈਫ ਵਧੀਆ ਬਣੇਗੀ। ਤਾਂ ਇਹੀ ਹੈ, ਅਗਰ ਅਸੀਂ ਵਾਹਿਗੁਰੂ ਜੀ ਦੇ ਦੱਸੇ ਹੋਏ ਜੀਵਨ ਚੁੱਕਾਂ ਨੂੰ ਮੰਨਦੇ ਹਾਂ ਤਾਂ ਹੀ ਸਾਡੀ ਲਾਈਫ ਜਿਹੜੀ ਸਟ੍ਰੈਸ ਫ੍ਰੀ ਹੋ ਸਕੇਗੀ ਤੇ ਅਸੀਂ ਵਧੀਆ ਜ਼ਿੰਦਗੀ ਦਾ ਆਨੰਦ ਮਾਣਾਂਗੇ। ਬਸ ਇੰਨਾ ਹੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮੈਮ ਆਪ ਜੀ ਦਾ। ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਦੱਸਿਆ ਕਿ ਸਟ੍ਰੈਸ ਆਂਦਾ ਤਾਂ ਹੈ ਬਟ ਉਹਨੂੰ ਕਾਪ ਅਪ ਕਿੱਦਾਂ ਕਰਨਾ ਹੈ ਅਸੀਂ। ਤੇ
ਅਸੀਂ ਸਾਨੂੰ ਹਮੇਸ਼ਾ ਇਹੀ ਸੋਚਣਾ ਚਾਹੀਦਾ, ਜਿਵੇਂ ਕਿ ਮੈਮ ਨੇ ਕਿਹਾ ਕਿ ਅਗਰ ਆਪ ਸਾਡੇ ਤੇ ਕੋਈ ਮਤਲਬ ਵਿਪਤਾ ਆਂਦੀ ਹੈ ਤਾਂ ਅਸੀਂ ਇਹ ਨਹੀਂ ਸੋਚਣਾ ਕਿ ਵਾਈ ਮੀ, ਮੈਨੂੰ ਮੇਰੇ ਤੇ ਕਿਉਂ ਆਈ ਹੈ, ਉਹਨੂੰ ਅਸੀਂ ਡੀਲ ਕਰਨਾ ਸਿੱਖਣਾ ਕਿ ਅਸੀਂ ਕਿਵੇਂ ਡੀਲ ਕਰੀਏ। ਤੇ ਅਸੀਂ ਸਟ੍ਰੈਸ ਨੂੰ ਇਸ ਪੱਖੋਂ ਵੀ ਦੂਰ ਕਰ ਸਕਦੇ ਹਾਂ, ਸਾਨੂੰ ਇਸ ਤਰ੍ਹਾਂ ਵੀ ਸਟ੍ਰੈਸ ਅਸੀਂ ਦੂਰ ਕਰ ਸਕਦੇ ਹਾਂ ਕਿ ਸਾਨੂੰ ਜਿਹੜਾ ਸਟ੍ਰੈਸ ਹੈ ਉਹ ਦੋ ਪੱਖਾਂ ਤੋਂ ਵਿਚਾਰਨਾ ਚਾਹੀਦਾ ਹੈ। ਇੱਕ ਤਾਂ ਜਿਹੜਾ ਬੰਦਾ ਸਟ੍ਰੈਸ ਜਿਹਨੂੰ ਮਿਲ ਰਿਹਾ ਹੈ ਕਿਸੇ ਤੋਂ, ਤੇ ਇੱਕ ਜਿਹੜਾ ਸਟ੍ਰੈਸ ਦੇ ਰਿਹਾ ਹੈ, ਠੀਕ ਹੈ। ਸਾਨੂੰ ਮਤਲਬ ਸੁਪੀਰੀਅਰ ਤੇ ਸਬਆਰਡੀਨੇਟ ਦੇ ਵਿੱਚ ਡਿਫਰੈਂਸ ਲੈ ਕੇ ਚੱਲਣਾ ਚਾਹੀਦਾ ਹੈ, ਠੀਕ ਹੈ ਨਾ। ਸਟ੍ਰੈਸ ਲੈਣ ਵਾਲੇ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅਗਰ ਮੇਰੇ ਤੇ ਕੋਈ ਵਿਪਤਾ ਆਈ ਹੈ, ਅਗਰ ਮੈਨੂੰ ਸਟ੍ਰੈਸ ਮਿਲ ਰਿਹਾ ਹੈ, ਤਾਂ ਮੈਂ ਕਿਸੇ ਦੇ ਨਾਲ ਗੱਲ ਕਰਕੇ ਆਪਣੀ ਜਿਹੜੀ ਗੱਲ ਹੈ ਉਹਨੂੰ ਮਤਲਬ ਆਪਣੇ ਸਟ੍ਰੈਸ ਨੂੰ ਰਿਲੀਵ ਕਰ ਸਕਾਂ, ਠੀਕ ਹੈ। ਚਾਹੇ ਅਸੀਂ ਵਾਹਿਗੁਰੂ ਜੀ ਨਾਲ ਹੀ ਗੱਲਾਂ ਕਰਕੇ ਆਪਣੀ ਜਿਹੜੀ ਸਟ੍ਰੈਸ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਰਿਲੀਵ ਕਰ ਸਕਦੇ ਹਾਂ। ਔਰ ਜਿਹੜਾ ਸਟ੍ਰੈਸ ਦਿੰਦਾ ਹੈ ਸਾਨੂੰ ਕਿਸੇ ਵੀ ਚੀਜ਼ ਨਾਲ, ਜਿਵੇਂ ਸਟ੍ਰੈਸ ਆ ਜਾਂਦਾ ਹੈ ਤਾਂ ਉਸਨੂੰ ਵੀ ਚਾਹੀਦਾ ਹੈ ਕਿ ਜਦੋਂ ਵੀ ਸਾਨੂੰ ਸਟ੍ਰੈਸ ਕਿਤੋਂ ਮਿਲਦਾ ਹੈ ਕਿ ਉਹ ਅਨਨੈਸੈਸਰੀ ਸਟ੍ਰੈਸ ਨਾ ਸਾਨੂੰ ਦੇਵੇ, ਠੀਕ ਹੈ ਜੀ। ਹੁਣ ਇਸ ਦੇ ਨਾਲ ਹੀ ਸਾਡੇ ਨਾਲ ਮੈਮ ਰਮਨਜੀਤ ਕੌਰ ਜੀ ਜੁੜੇ ਹੋਏ ਨੇ, ਜਿਹੜੇ ਕਿ ਸਾਨੂੰ ਇਮਾਨਦਾਰੀ ਦੇ ਬਾਰੇ ਦੱਸਣਗੇ। तो मैं मैम रमनदीप कौर जी ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਜੀ। ਰਮਨਦੀਪ ਕੌਰ ਜੀ। ਵਾਹਿਗੁਰੂ ਜੀ। मैम प्लीज हैंड रेस करो जी। रमनजीत कौर जी मैम हैंड रेस कर दो जी। ਜੇ ਮੈਮ ਨਹੀਂ ਅਵੇਲੇਬਲ ਫਿਰ ਆਪਾਂ ਆਪਣਾ ਨੈਕਸਟ ਸੈਸ਼ਨ ਵੱਲ ਚੱਲਦੇ ਹਾਂ ਜੀ। ਓਕੇ ਮੈਮ, ਠੀਕ ਹੈ ਜੀ। ਹੁਣ ਅਸੀਂ ਆਪਣੇ ਥਰਡ ਸੈਸ਼ਨ ਵੱਲ ਚੱਲਦੇ ਹਾਂ ਜੀ। ਫਿਰ ਸਾਡਾ ਥਰਡ ਸੈਸ਼ਨ ਹੈ ਜੋ ਕਿ ਬਹੁਤ ਇੰਟਰਸਟਿੰਗ ਹੁੰਦਾ ਹੈ ਬੱਚਿਆਂ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਨਵੇਂ-ਨਵੇਂ ਡੇਲੀ ਵਰਡਸ ਸੈਂਟੈਂਸਸ ਸਿੱਖਣ ਨੂੰ ਮਿਲਦੇ ਨੇ। ਸੋ ਸਾਡਾ ਥਰਡ ਸੈਸ਼ਨ ਹੈ ਜੀ ਸਪੋਕਨ ਇੰਗਲਿਸ਼ ਦਾ। ਸੋ ਮੈਂ ਸਾਡੇ ਪ੍ਰਿੰਸੀਪਲ ਮੈਮ ਕੁਲਵੰਤ ਮੈਮ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਸੈਸ਼ਨ ਸਟਾਰਟ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਅੱਜ ਬਹੁਤ ਵਧੀਆ ਟੌਪਿਕ ਲਿਆ ਗਿਆ ਸਟ੍ਰੈਸ ਮੈਨੇਜਮੈਂਟ, ਤੇ ਮੈਨੂੰ ਜਸਪ੍ਰੀਤ ਕੌਰ ਜੀ ਦੀ ਗੱਲ ਬੜੀ ਵਧੀਆ ਲੱਗੀ ਕਿ ਇਹ ਦੋ ਪੱਖਾਂ ਤੋਂ ਸੋਚਿਆ ਜਾਵੇ ਕਿ ਸਟ੍ਰੈਸ ਦੇਣ ਵਾਲਾ ਤੇ ਸਟ੍ਰੈਸ ਲੈਣ ਵਾਲਾ। ਅਸੀਂ ਸਕੋਪ ਅਪ ਤਾਂ ਕਰ ਰਹੇ ਹਾਂ ਸਟ੍ਰੈਸ ਜਿਹੜਾ ਲੈ ਰਿਹਾ ਹੈ, ਕਿਉਂਕਿ ਅੱਜ ਕੱਲ ਦੇ ਹਾਲਾਤ ਤੁਸੀਂ ਸਾਰੇ ਬੱਚਿਆਂ ਨੂੰ ਪਤਾ ਹੋਣਗੇ ਕਿ ਸਟ੍ਰੈਸ ਕਈ ਵਾਰ ਇੰਨਾ ਹਾਵੀ ਹੋ ਜਾਂਦਾ ਹੈ ਕਿ ਉਹ ਸਾਨੂੰ ਸਟ੍ਰੈਸ ਤੋਂ ਨਿਕਲਣਾ ਜਿਹੜਾ ਉਹ ਆਪਣੀ ਜ਼ਿੰਦਗੀ ਖਤਮ ਕਰਨਾ ਜ਼ਿਆਦਾ ਸੌਖਾ ਲੱਗਦਾ ਬਜਾਏ ਸਟ੍ਰੈਸ ਨੂੰ ਫੇਸ ਕਰਨ ਦੇ। ਤੇ ਇਹ ਇੱਕ ਐਸਾ ਟੌਪਿਕ ਹੈ ਜਿਹਦੇ ਤੇ ਵਿਚਾਰਨਾ ਬੜਾ ਜ਼ਰੂਰੀ ਹੋ ਗਿਆ ਹੈ। ਤੇ ਜਿਵੇਂ ਜਸਪ੍ਰੀਤ ਕੌਰ ਜੀ ਨੇ ਕਿਹਾ ਕਿ ਦੋ ਪੱਖਾਂ ਤੋਂ, ਇੱਕ ਤਾਂ ਸਟ੍ਰੈਸ ਲੈਣ ਵਾਲਾ, ਉਹ ਵਿਚਾਰਾ ਤਾਂ ਕੋਪ ਅਪ ਕਰ ਰਿਹਾ ਹੈ। ਨੋ ਡਾਊਟ ਗੁਰਬਾਣੀ ਹੀ ਸਾਡਾ ਇੱਕੋ ਇੱਕ ਸਹਾਰਾ ਹੈ ਕਿ ਅਸੀਂ ਆਪਣੇ ਸਟ੍ਰੈਸ ਨੂੰ ਸਿਰਫ ਤੇ ਸਿਰਫ ਗੁਰਬਾਣੀ ਤੋਂ ਹੀ ਕੋਪ ਅਪ ਕਰ ਸਕਦੇ ਹਾਂ। ਬਟ ਅਸੀਂ ਇੱਕ ਇੰਟਰੋਸਪੈਕਸ਼ਨ ਵੀ ਜ਼ਰੂਰ ਕਰੀਏ ਕਿ ਕਿਤੇ ਮੇਰੀ ਕਿਸੇ ਗੱਲ ਨਾਲ ਤਾਂ ਦੂਸਰੇ ਨੂੰ ਸਟ੍ਰੈਸ ਨਹੀਂ ਹੋ ਰਿਹਾ। ਸੋ ਦਿਸ ਥਿੰਗ ਇਜ਼ ਟੂ ਬੀ ਵਾਚਡ। ਇੰਟਰੋਸਪੈਕਸ਼ਨ ਕਰਨਾ, ਆਪਨ ਚੀਨਾ ਕਰਨਾ ਕਿ ਕਿਤੇ ਮੈਂ ਕਿਸੇ ਨੂੰ ਏਦਾਂ ਦੀ ਗੱਲ ਤਾਂ ਨਹੀਂ ਕਰ ਦਿੱਤੀ, ਮੈਂ ਕਿਸੇ ਨੂੰ ਅਨਨੈਸੈਸਰੀ ਸਟ੍ਰੈਸ ਤਾਂ ਨਹੀਂ ਦੇ ਦਿੱਤਾ ਜਿਹਦੇ ਨਾਲ ਉਹਦੇ ਦਿਮਾਗ ਤੇ ਕੋਈ ਗੱਲ ਹਾਵੀ ਹੋ ਰਹੀ ਹੈ। ਸੋ ਇਹ ਦੋਨਾਂ ਪੱਖਾਂ ਤੋਂ ਵਿਚਾਰਨ ਵਾਲੀ ਗੱਲ ਹੈ। ਥੈਂਕ ਯੂ ਸੋ ਮਚ। ਇਹ ਟੌਪਿਕ ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਅੱਜ ਕੱਲ। ਅੱਜ ਅਸੀਂ ਆਪਣਾ ਸੈਸ਼ਨ ਹੁਣ ਸਟਾਰਟ ਕਰ ਰਹੇ ਹਾਂ। ਹਾਂਜੀ, ਸੋ ਅੱਜ ਦਾ ਜਿਹੜਾ ਸੈਸ਼ਨ ਹੈ मैं कुछ वर्ड्स लिते हैं ਜਿਹੜੇ रिलेटेड टू टूल्स है। टूल्स ਕੀ ਹੁੰਦੇ ਹੈ? ਸਾਡੇ ਔਜ਼ਾਰ, ਟੂਲਸ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਕੋਈ ਕੰਮ ਕਰਦੇ ਹਾਂ। तो ਸਭ ਤੋਂ ਪਹਿਲੇ ਹੈ ਡਰਿਲ। ਡਰਿਲ ਮਸ਼ੀਨ ਸਾਰਿਆਂ ਨੂੰ ਤੁਹਾਨੂੰ ਪਤਾ ਹੋਏਗਾ। ਡਰਿਲ ਮਸ਼ੀਨ ਹੁੰਦੀ ਹੈ ਜਿਹਦੇ ਨਾਲ ਤੁਸੀਂ ਡਰਿਲ ਕਰਦੇ ਹੋ, ਹੋਲ ਕਰਦੇ ਹੋ। ਸੋ ਡਰਿਲ ਦਾ ਮਤਲਬ ਹੁੰਦਾ ਹੈ ਕਿਸੇ ਜਗ੍ਹਾ ਦੇ ਵਿੱਚ ਡਰਿਲ ਕਰਕੇ ਹੋਲ ਕਰਨਾ। तो मैं एक सेंटेंस बनाया है, प्लीज ड्रिल अ होल इन द वॉल। प्लीज ड्रिल अ होल इन द वॉल। किरपा करके दीवार दे विच एक होल कर दियो। सो ड्रिल मीन्स ड्रिल करके एक छेद बनाना, ठीक है। नेक्स्ट है हैमर। हैमर, हैमर हुंदा है हथौड़ा। सो हैमर दा मतलब हथौड़ा भी हुंदा है
ਤੇ ਹੈਮਰ ਦਾ ਮਤਲਬ ਹਥੋੜੇ ਨਾਲ ਸੱਟ ਮਾਰ ਕੇ ਸੱਟ ਮਾਰਨਾ, ਉਹਨੂੰ ਵੀ ਹੈਮਰਿੰਗ ਹੀ ਕਹਿੰਦੇ ਆ, ਹੈਮਰ। ਜਿਵੇਂ ਮੈਂ ਸੈਂਟੈਂਸ ਬਣਾਇਆ, he hammered a nail into the wood. He hammered a nail into the wood. ਉਸਨੇ ਲੱਕੜ ਦੇ ਵਿੱਚ ਇੱਕ ਕਿੱਲ ਹਥੋੜੇ ਨਾਲ ਠੋਕੀ। He hammered. ਸੋ ਬੱਚਿਓ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ verbs, nouns, part of speech ਤੋਂ hammer ਜਿਹੜਾ ਹੈ ਉਹ verb ਵੀ ਹੈ, क्रिया भी है और noun भी है। hammer word क्रिया भी है ਤੇ noun ਵੀ ਹੈ। hammer ਦਾ ਮਤਲਬ ਹੁੰਦਾ ਹੈ ਹਥੌੜਾ ਤੇ ਹਥੌੜਾ ਮਾਰਨਾ ਵੀ hammer ਹੁੰਦਾ ਹੈ। 3 forms ਹੈ, hammer, hammered, hammered, ਔਰ nail ਦਾ ਮਤਲਬ ਹੁੰਦਾ ਹੈ kill। next a saw, saw ਹੁੰਦੀ ਹੈ ਆਰੀ, SAW, saw। saw ਜਿਹੜਾ ਹੈ C ਦਾ second form ਵੀ ਹੈ, third form ਹੈ seen, see, saw, seen। see means ਦੇਖਣਾ, ਉਹਦੀ second form ਹੁੰਦੀ ਹੈ saw, but saw ਦਾ ਮਤਲਬ ਆਰੀ ਵੀ ਹੁੰਦਾ ਹੈ, ਤੇ ਅਸੀਂ ਪਹਿਲੇ ਕੀਤਾ ਸੀਗਾ। saw means ਆਰੀ। so sentence ਹੈ, a saw cuts wood more neatly than an axe does। axe ਹੁੰਦੀ ਹੈ ਕੁल्हाड़ी, AXE, axe ਕੁਹਾੜੀ ਕਹਿੰਦੇ ਆ ਜਿਹਨੂੰ, ਜਾਂ ਕੁल्हाड़ी ਕਹਿੰਦੇ ਆ axe। ਸੋ ਮੈਂ ਸੈਂਟੈਂਸ ਬਣਾਇਆ ਕਿ ਜਿਹੜੀ ਆਰੀ ਹੁੰਦੀ ਹੈ ਉਹ ਕੁल्हाड़ी ਨਾਲੋਂ ਜ਼ਿਆਦਾ ਨੀਟਲੀ ਲੱਕੜ ਨੂੰ ਕੱਟ ਕਰਦੀ ਹੈ। a saw cuts wood more neatly than an axe does। so saw means कुल्हाड़ी, आरी, and axe means कुल्हाड़ी। next ਹੈ ਸਾਡੇ ਕੋਲ ਇਹ ਪਿਕਚਰ, ਆਈ ਥਿੰਕ ਸਾਰਿਆਂ ਨੂੰ ਕਲੀਅਰ ਹੋਣੀ ਹੈ। ਇਹ ਪਿਕਚਰ ਦੇ ਵਿੱਚ ਇੱਕ ਡਰਿਲ ਮਸ਼ੀਨ ਹੈ, ਇੱਕ ਹੈਮਰ ਹੈ, then ਹੈ saw, ਉਸ ਤੋਂ ਬਾਅਦ ਹੈ ਸਕਰੂ। ਸਕਰੂ ਹੁੰਦੇ ਆ ਪੇਚ, ਔਰ ਪੇਚਕਸ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਹੈ ਸਕਰੂ ਡਰਾਈਵਰ, DRIVER, ਸਕਰੂ ਡਰਾਈਵਰ। ਸੋ ਸਕਰੂ ਦਾ ਮਤਲਬ ਪੇਚ ਵੀ ਹੁੰਦਾ ਹੈ। ਅਗੇਨ ਜਿਹੜਾ ਸਕਰੂ ਹੈ ਉਹ ਨਾउन ਵੀ ਹੈ ਔਰ verb ਵੀ ਹੈ। ਸਕਰੂ is a noun also as well as a verb। ਇਹ ਨਾउन ਵੀ ਹੈ ਔਰ क्रिया ਵੀ ਹੈ। ਜਿਵੇਂ ਮੈਂ ਇੱਥੇ ਸੈਂਟੈਂਸ ਬਣਾਇਆ ਹੈ, the table was screwed to the floor। ਟੇਬਲ ਨੂੰ ਜ਼ਮੀਨ ਨਾਲ, ਟੇਬਲ ਦੇ ਪੇਚ ਕਸੇ ਹੋਏ ਸੀ, ਉਹ ਟੇਬਲ ਹਿਲ ਨਹੀਂ ਸੀ ਰਿਹਾ। the table was screwed। तो screw ਦਾ ਮਤਲਬ ਹੁੰਦਾ ਹੈ ਪੇਚ, ਔਰ ਇੱਕ screw ਦਾ ਮਤਲਬ ਹੁੰਦਾ ਹੈ ਪੇਚ ਕਸਣਾ। screw, screwed, screwed। the table was screwed to the floor। ਜੋ ਟੇਬਲ ਹੈ ਉਹ ਫਲੋਰ ਨਾਲ ਕਸਿਆ ਹੋਇਆ ਸੀਗਾ। ਸੋ ਸਕਰੂ ਦਾ ਮੀਨਿੰਗ ਕੀ ਹੈ? ਇੱਕ ਤਾਂ ਹੁੰਦਾ ਪੇਚ, ਔਰ ਸਕਰੂ ਡਰਾਈਵਰ ਕੀ ਹੁੰਦਾ ਹੈ? ਪੇਚਕਸ, ਔਰ ਸਕਰੂ ਦਾ ਇੱਕ ਮੀਨਿੰਗ ਹੁੰਦਾ ਹੈ ਪੇਚ ਕਸਣਾ। ਸੋ ਇਹ ਟੂਲ ਸੀਗੇ। ਨੈਕਸਟ ਫਿਰ ਟੂਲਸ ਹੈ। ਸੋ ਇਹਦੇ ਵਿੱਚ ਸਭ ਤੋਂ ਪਹਿਲੇ ਹੈ ਸਭ ਤੋਂ ਪਹਿਲੇ ਇਹਦੇ ਵਿੱਚ ਆਏਗਾ SEW, ਸੌਰੀ ਪਹਿਲੇ ਹੈ CUT, ਕੱਟ। ਓਕੇ, ਕੱਟ ਦਾ ਮਤਲਬ ਹੁੰਦਾ ਹੈ ਕੱਟਣਾ। CUT, ਕੱਟ, ਕੱਟ ਇਜ਼ ਕੱਟਣਾ। ਸੋ ਸਭ ਤੋਂ ਪਹਿਲਾਂ ਮੈਂ ਸੈਂਟੈਂਸ ਲਿਖਿਆ ਹੈ, she knows how to SEW। ਹੁਣ SEW ਦਾ ਮਤਲਬ ਹੁੰਦਾ ਹੈ ਸਿਲਾਈ ਕਰਨਾ। ਇੱਥੇ ਪਿਕਚਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ SEW ਨੂੰ ਬੋਲਣਾ ਹੈ sew, sew। ਇਹਨੂੰ ਸਿਉ ਨਹੀਂ ਬੋਲਣਾ, ਇਹਨੂੰ ਬੋਲਣਾ ਹੈ sew, SEW, sew। ਔਰ ਜਿਹੜੀ ਸਿਲਾਈ ਮਸ਼ੀਨ ਹੈ ਉਹਨੂੰ ਕਹਿੰਦੇ ਹਾਂ ਅਸੀਂ sewing machine, sew, SEWING, sewing machine। she knows how to sew। ਉਹਨੂੰ ਪਤਾ ਹੈ ਸਿਲਾਈ ਕਿਵੇਂ ਕਰਨੀ ਹੈ। she knows how to sew, SEW, sew। then ਉਸ ਤੋਂ ਬਾਅਦ ਹੈ SCISSORS। ਇਹਨੂੰ ਬੋਲਣਾ ਹੈ ਅਸੀਂ scissors। ਕੈਂਚੀ ਨੂੰ ਅਸੀਂ ਕਹਿੰਦੇ ਆ scissors। ਇੱਕ ਗੱਲ ਬੱਚਿਓ ਹਮੇਸ਼ਾ ਧਿਆਨ ਰੱਖਣਾ, scissor ਜਿਹੜਾ ਹੈ ਉਹ ਪਲੂਰਲ ਹੈ, ਇਹਨੂੰ scissor ਨਹੀਂ ਬੋਲਣਾ ਕਦੇ ਵੀ। ਔਰ ਇਹ ਇਸ ਦੇ ਹਮੇਸ਼ਾ ਪਲੂਰਲ ਹੈ। ਦੇਖੋ ਮੈਂ ਸੈਂਟੈਂਸ ਬਣਾਇਆ ਹੈ, these scissors are blunt। ਇਹ ਜਿਹੜੀ ਕੈਂਚੀ ਹੈ, scissors ਦਾ ਮਤਲਬ ਹੀ ਕੈਂਚੀ। ਤੁਸੀਂ ਇਹ ਨਹੀਂ ਕਹੋਗੇ ਕਿ ਮੈਨੂੰ scissor ਦੇ ਦਿਓ, ਤੁਸੀਂ ਕਹੋਗੇ
please give me scissors. Scissors ਕਿ ਇਹ ਕੰਪਲੀਟ ਵਰਡ ਹੈ scissors ਕਿਉਂਕਿ ਇਹਦੇ ਵਿੱਚ ਦੋ ਬਲੇਡਸ ਹੁੰਦੇ ਆ, ਇਸ ਲਈ ਅਸੀਂ ਇਹਨੂੰ scissors ਕਹਿੰਦੇ ਆ। ਕਈ ਵਾਰ ਅਸੀਂ ਇਹਨੂੰ a pair of scissors ਵੀ ਕਹਿ ਦਿੰਦੇ ਹਾਂ। These scissors are blunt. Blunt ਹੁੰਦਾ ਹੈ ਜਿਹੜਾ ਤਿੱਖਾ ਨਾ ਹੋਵੇ, ਖੁੰਡਾ, ਜ਼ਿਆਦਾ ਤੇਜ਼ ਨਾ ਹੋਵੇ, ਉਹਨੂੰ ਕਿਹਾ ਜਾਂਦਾ ਹੈ blunt। ਤੇਜ਼ ਨੂੰ ਅਸੀਂ ਕੀ ਕਹਿੰਦੇ, sharp, ਔਰ blunt ਹੁੰਦਾ ਹੈ ਖੁੰਡਾ, ਜੋ ਤੇਜ਼ ਨਾ ਹੋਵੇ। ਠੀਕ ਹੈ। Next is my mother sewed a patch onto my jeans with red thread. So thread ਕੀ ਹੁੰਦਾ ਹੈ, ਧਾਗਾ। ਮੈਂ ਇੱਕ ਸੈਂਟੈਂਸ ਬਣਾਇਆ ਹੈ, ਮੇਰੀ ਮਦਰ ਨੇ ਮੇਰੀ ਜੀਨਸ ਦੇ ਉੱਤੇ ਇੱਕ ਪੈਚ ਸਿਲਾਈ ਕੀਤਾ। sewed ਪੈਚ ਹੁੰਦਾ ਹੈ ਇੱਕ ਟੁਕੜਾ ਜਿਹੜਾ ਕਿ ਕਿਸੇ ਦੇ ਪੈਚ ਸਮਝਦੇ ਹੋਗੇ ਤੁਸੀਂ, ਇੱਕ ਟੁਕੜਾ ਜਦੋਂ ਕਿਸੇ ਕੱਪੜੇ ਦੇ ਉੱਤੇ ਸਿਲਾਈ ਕਰ ਦਿੱਤਾ ਜਾਂਦਾ ਉਹਨੂੰ ਅਸੀਂ ਕਹਿੰਦੇ ਹਾਂ ਪੈਚ। My mother sewed a patch onto my jeans with red thread. THREAD thread. Thread ਦਾ ਮਤਲਬ ਹੁੰਦਾ ਹੈ ਧਾਗਾ। ਮੇਰੇ ਮਦਰ ਨੇ ਰੈਡ ਧਾਗੇ ਨਾਲ ਮੇਰੀ ਜੀਨਸ ਦੇ ਉੱਤੇ ਇੱਕ ਪੈਚ ਸਿਲਾਈ ਕੀਤਾ। ਇੱਕ ਹੋਰ ਮੈਂ ਸੈਂਟੈਂਸ ਬਣਾਇਆ ਹੈ, and that is you put the thread through the eye of the needle. ਜਦੋਂ ਤੁਸੀਂ ਨੀਡਲ ਹੁੰਦੀ ਹੈ ਸੂਈ, ਨੀਡਲ ਮੀਨਸ ਸੂਈ, NEEDLE, ਤੇ ਜਿਹੜਾ ਸੂਈ ਦਾ ਹੋਲ ਹੁੰਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ, ਨੀਡਲ ਦੀ eye of the needle. You put the thread through the eye of the needle. ਤੁਸੀਂ ਸੂਈ ਦੇ ਵਿੱਚ ਧਾਗਾ ਕਿੱਥੋਂ ਪਾਉਂਦੇ ਹੋ, ਉਸ ਨੀਡਲ ਦੀ eye means ਅੱਖ, ਤੇ ਜਿਹੜਾ ਸੂਈ ਹੈ, ਸੂਈ ਦਾ ਜਿਹੜਾ ਹੋਲ ਹੁੰਦਾ ਹੈ ਉਹਨੂੰ ਉਹਦੀ ਅੱਖ ਕਿਹਾ ਜਾਂਦਾ ਹੈ। You put the thread, ਤੁਸੀਂ ਧਾਗਾ ਪਾਉਂਦੇ ਹੋ, ਕਿਸ ਤਰ੍ਹਾਂ ਪਾਉਂਦੇ ਹੋ ਸੂਈ ਦੇ ਵਿੱਚ ਧਾਗਾ, through the eye of the needle, ਨੀਡਲ ਦੀ ਅੱਖ ਦੇ ਥਰੂ, ਸੋ ਉਹਨੂੰ ਆਈ ਕਿਹਾ ਜਾਂਦਾ ਹੈ। ਇੱਕ ਮੈਨੂੰ ਹੋਰ ਵੀ ਗੱਲ ਯਾਦ ਆ ਗਈ ਆਏ ਤੋਂ ਹੁਣੇ, ਕਿ ਜਿਹੜਾ ਕੋਕੋਨਟ ਹੁੰਦਾ ਹੈ ਨਾ, ਤੇ ਕੋਕੋਨਟ ਦੇ ਉੱਤੇ ਉਹਦੀਆਂ ਅੱਖਾਂ ਬਣੀਆਂ ਹੁੰਦੀਆਂ, ਉਹਨੂੰ ਵੀ ਆਈਜ਼ ਕਿਹਾ ਜਾਂਦਾ ਹੈ, ਉਹ ਕੋਕੋਨਟ ਦੀ ਆਈਜ਼ ਹੁੰਦੀਆਂ ਨੇ। ਹਾਂਜੀ, ਦੋ ਵਰਡਸ ਹੋਰ ਹੈ, join and attach। ਇਹਨਾਂ ਦੇ ਵਿੱਚ ਕੀ ਫਰਕ ਹੈ, ਇਹ ਪਿਕਚਰ ਤੁਹਾਨੂੰ ਸਾਰਿਆਂ ਨੂੰ ਦਿਖ ਰਹੀ ਹੋਏਗੀ। join ਦਾ ਮਤਲਬ ਵੀ ਹੁੰਦਾ ਹੈ ਜੋੜਨਾ, attach ਦਾ ਮਤਲਬ ਵੀ ਹੁੰਦਾ ਹੈ ਜੋੜਨਾ, ਬਟ join ਕੀ ਹੁੰਦਾ ਹੈ, ਜਦੋਂ ਅਸੀਂ ਕਿਸੇ ਚੀਜ਼ ਦੇ ਵਿੱਚ ਜੁੜ ਕੇ ਉਹਦਾ ਹੀ ਹਿੱਸਾ ਬਣ ਜਾਂਦੇ ਹਾਂ ਤਾਂ ਉਹਨੂੰ ਕਿਹਾ ਜਾਂਦਾ ਹੈ join। ਜਿਵੇਂ ਇੱਥੇ ਤੁਸੀਂ ਬੱਚੋ ਪਿਕਚਰ ਦੇਖ ਰਹੇ ਹੋਗੇ, ਇੱਥੇ ਰੱਸੀ ਦੇ ਟੁਕੜੇ ਹੈ ਛੋਟੇ ਛੋਟੇ, ਜਾਂ ਕਿਸੇ ਥ੍ਰੈਡ ਦੇ ਟੁਕੜੇ ਹੈ, ਤਾਂ join means ਅਸੀਂ ਉਹਨੂੰ ਵਿੱਚ ਜੋੜ ਕੇ ਉਹਨੂੰ ਉਹਦਾ ਹੀ ਹਿੱਸਾ ਬਣਾਤਾ, join। ਔਰ attach ਹੁੰਦਾ ਹੈ ਕਿਸੇ ਚੀਜ਼ ਦੇ ਉੱਤੇ ਦੂਸਰੀ ਚੀਜ਼ ਨੂੰ ਚਿਪਕਾਣਾ ਜਾਂ ਉਹਦੇ ਨਾਲ ਲਗਾਣਾ। attach means ਨਾਲ ਲਗਾਣਾ। ਹੁਣ ਜਿਵੇਂ ਤੁਸੀਂ ਕੋਈ ਫਾਰਮ ਭਰਦੇ ਹੋ, ਤੇ ਫਾਰਮ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਸਰਟੀਫਿਕੇਟਸ ਨਾਲ ਅਟੈਚ ਕਰੋ, ਤੁਸੀਂ ਉਹਦੇ ਨਾਲ ਨੱਥੀ ਕਰਨਾ, attach means ਨੱਥੀ ਕਰਨਾ, join means ਉਹਨੂੰ ਉਹਦੇ ਨਾਲ ਲਗਾ ਕੇ ਉਹਦਾ ਹੀ ਹਿੱਸਾ ਬਣਾ ਦੇਣਾ। So that is join and attach। ਹਾਂਜੀ, ਸੋ ਨੈਕਸਟ ਮੇਰੇ ਕੋਲ ਬੱਚਿਆਂ ਨੇ ਬਹੁਤ ਸਾਰੇ ਕੁਐਸਚਨਸ ਪੁੱਛੇ ਸੀਗੇ। ਸਭ ਤੋਂ ਪਹਿਲੇ ਇੱਕ ਕੁਐਸਚਨ ਆਇਆ ਸੀ FROWN, 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 frown। frown ਹੁੰਦਾ ਹੈ ਮੱਥੇ ਦੀ ਤਿਉੜੀ, ਜਦੋਂ ਅਸੀਂ ਮੱਥੇ ਤੇ ਏਦਾਂ ਤਿਉੜੀਆਂ ਪਾ ਲੈਂਦੇ ਆ ਨਾ, ਉਹਨੂੰ ਕਹਿੰਦੇ ਆ frown, BROWN brown and FROWN is frown। ਜਿਵੇਂ ਫॉर ਐਗਜ਼ਾਮਪਲ she met me with a frown, ਉਹ ਮੱਥੇ ਤਿਉੜੀਆਂ ਪਾ ਕੇ ਮੈਨੂੰ ਮਿਲੀ, she met me with a frown, ਉਹ ਮੱਥੇ ਤੇ ਤਿਉੜੀ ਪਾ ਕੇ ਮੈਨੂੰ ਮਿਲੀ। Next is RIVALRY, rivalry। ਇਹ ਕੱਲ ਵੀ ਮੈਂ ਦੱਸਿਆ ਸੀ, ਦੁਬਾਰਾ ਬੱਚੇ ਨੇ ਕੁਐਸਚਨ ਕੀਤਾ ਹੈ rivalry। rivalry ਹੁੰਦਾ ਹੈ, ਜਿਵੇਂ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ, ਜਦੋਂ ਕੋਈ ਦੋ ਬਿਜ਼ਨਸ ਕੰਪੀਟੀਟਰਸ ਦਾ ਆਪਸ ਚ ਕੰਪੀਟੀਸ਼ਨ ਹੋ ਜਾਏ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕੋਕ ਐਂਡ ਪੈਪਸੀ, ਇਹ ਦੋਨੋਂ ਕੀ ਹੈ, ਸੇਮ ਬਿਜ਼ਨਸ ਦੇ ਵਿੱਚ ਹੈ, ਤੇ ਦੋਨਾਂ ਨੂੰ ਹੁੰਦਾ ਹੈ ਕਿ ਅਸੀਂ, ਮੇਰਾ ਬਿਜ਼ਨਸ ਉਸ ਤੋਂ ਵੱਧ ਜਾਵੇ, ਮੇਰਾ ਬਿਜ਼ਨਸ ਉਸ ਤੋਂ ਵੱਧ ਜਾਵੇ, ਤਾਂ ਇਹਨਾਂ ਦੋਨਾਂ ਦੇ ਵਿੱਚ ਕੀ ਚੱਲ ਰਹੀ ਹੈ, ਰਾਈਵਲਰੀ। ਇੱਕ ਏਦਾਂ ਦਾ ਕੰਪੀਟੀਸ਼ਨ, ਰਾਈਵਲਰੀ ਇੱਕ ਏਦਾਂ ਦਾ ਕੰਪੀਟੀਸ਼ਨ ਹੁੰਦਾ ਹੈ ਜਿਹਦੇ ਵਿੱਚ ਇੱਕ ਪਾਰਟੀ ਦੂਸਰੇ ਪਾਰਟੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਅਸੀਂ ਕੀ ਕਹਿੰਦੇ ਆ, ਰਾਈਵਲਰੀ। ਇੱਕ ਤਰ੍ਹਾਂ ਦਾ ਕੰਪੀਟੀਸ਼ਨ ਜਿਹਦੇ ਵਿੱਚ ਦੋਨਾਂ ਨੂੰ ਇਹ ਹੋਵੇ ਕਿ ਮੈਂ ਅੱਗੇ ਨਿਕਲਣਾ ਹੈ, ਠੀਕ ਹੈ ਜੀ। ਦੈਨ ਇਜ਼ ਆਪਟੀਸ਼ੀਅਨ। ਆਪਟੀਸ਼ੀਅਨ ਹੁੰਦਾ ਹੈ ਜਿਹੜੇ ਤੁਹਾਡੇ ਸਪੈਕਟੀਕਲਸ ਬਣਾਉਂਦਾ ਹੈ, ਚਸ਼ਮਾ।
So I got these spectacles. Spectacles भी plural है. I got these spectacles from an optician. मैं ਇਹ ਜਿਹੜੀ specs हैं ਇਹ optician ਕੋਲੋਂ ਲਈਆਂ ਜਿਹੜੀਆਂ ਤੁਹਾਡੇ lens ਬਣਾਉਂਦਾ ਹੈ ਤੁਹਾਡੇ ਚਸ਼ਮੇ ਬਣਾਉਂਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ optician. ਇੱਕ ਹੋਰ ਬੱਚੇ ਨੇ ਪੁੱਛਿਆ ਸੀ mob lynching ਕੀ ਹੁੰਦਾ ਹੈ. mob lynching ਜਦੋਂ ਭੀੜ ਵੱਲੋਂ ਕਿਸੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇ ਉਹਨੂੰ ਕਿਹਾ ਜਾਂਦਾ ਹੈ mob lynching. mob ਦਾ ਮਤਲਬ ਹੁੰਦਾ ਹੈ ਉਹ ਭੀੜ ਜਿਵੇਂ ਕਰਾਊਡ ਵੀ ਭੀੜ ਅਸੀਂ ਮਾਰਕੀਟ ਜਾਂਦੇ ਹਾਂ ਅਸੀਂ ਕੀ ਕਹਿੰਦੇ ਹਾਂ ਮਾਰਕੀਟ 'ਚ ਬੜਾ ਕਰਾਊਡ ਸੀ. ਕਰਾਊਡ ਵੀ ਭੀੜ ਹੁੰਦੀ ਹੈ mob ਵੀ ਭੀੜ ਹੁੰਦੀ ਹੈ ਪਰ mob ਉਹ ਵਾਲੀ ਭੀੜ ਹੁੰਦੀ ਹੈ ਜਿਹਦੇ ਅੰਦਰ ਰੋਸ ਹੁੰਦਾ ਹੈ ਗੁੱਸਾ ਹੁੰਦਾ ਹੈ. ਤਾਂ mob lynching ਮਤਲਬ ਇੱਕ ਗੁੱਸੇ ਵਾਲੀ ਭੀੜ ਵੱਲੋਂ ਜਦੋਂ ਕਿਸੇ ਨੂੰ ਮਾਰ ਦਿੱਤਾ ਜਾਵੇ ਤਾਂ ਉਸਨੂੰ mob lynching ਕਿਹਾ ਜਾਂਦਾ ਹੈ. ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੱਲ mob lynching ਦੇ ਕੇਸਿਸ ਬਹੁਤ ਵੱਧ ਰਹੇ ਹਨ. mob lynching. Next is CURSE, curse. curse ਹੁੰਦਾ ਹੈ ਸ਼ਰਾਪ ਸਰਾਪ ਅਭਿਸ਼ਾਪ. ਤਾਂ curse ਜਿਵੇਂ ਅਸੀਂ ਕਹਿੰਦੇ ਹਾਂ poverty is a curse. ਗਰੀਬੀ ਇੱਕ ਸਰਾਪ ਹੈ. poverty is a curse. curse ਹੁੰਦਾ ਹੈ ਸ਼ਰਾਪ ਜਾਂ ਸਰਾਪ. Then one child has asked simultaneously, SIMULTANEOUSLY, simultaneously. simultaneously ਹੁੰਦਾ ਹੈ ਜਦੋਂ ਕੋਈ ਚੀਜ਼ ਨਾਲ ਚੱਲ ਰਹੀ ਹੈ. For example, ਮੈਂ ਪੜ੍ਹਾਈ ਕਰ ਰਹੀ ਹਾਂ ਨਾਲ ਮੈਂ ਕੰਪਿਊਟਰ ਕੋਰਸ ਵੀ ਕਰ ਰਹੀ ਹਾਂ ਤਾਂ ਮੈਂ ਕੀ ਕਵਾਂਗੀ I am studying and simultaneously I am doing computer course also. ਸਮਝ ਗਏ ਸਾਈਮਲਟੇਨੀਅਸ ਹੁੰਦਾ ਹੈ ਕੋਈ ਚੀਜ਼ ਦਾ ਨਾਲ ਚੱਲਣਾ ਇੱਕੋ ਸਮੇਂ ਤੇ ਦੋ ਤਿੰਨ ਚੀਜ਼ਾਂ ਦਾ ਨਾਲ ਚੱਲਣਾ ਸਾਈਮਲਟੇਨੀਅਸਲੀ ਕਿ ਮੈਂ ਪੜ੍ਹਾਈ ਵੀ ਕਰ ਰਹੀ ਹਾਂ ਸਾਈਮਲਟੇਨੀਅਸਲੀ ਮੈਂ ਕੰਪਿਊਟਰ ਕੋਰਸ ਵੀ ਕਰ ਰਹੀ ਹਾਂ. then ASCENT, ascent. ascent ਮੈਂ ਦੱਸਿਆ ਸੀ ਬੱਚਿਆਂ ਨੂੰ ਚੜ੍ਹਾਈ ਜਿਵੇਂ ਅਸੀਂ ਕਹਿੰਦੇ ਆ ਨਾ ਚੜ੍ਹਾਈ ਤੇ ਜਾ ਰਹੇ ਹਾਂ ਅਸੀਂ ਉੱਪਰ ਵੱਲ ਨੂੰ ਜਾ ਰਹੇ ਹਾਂ ਉਹਨੂੰ ਅਸੀਂ ਕਹਿੰਦੇ ਆ ascent. ਇੱਥੇ ਮੈਂ ਐਗਜ਼ਾਮਪਲ ਵੀ ਦਿੱਤੀ ਸੀ ascending order, descending order. ਸੋ ਇੱਕ ਬੱਚੇ ਨੇ ਪੁੱਛਿਆ ਕਿ ascent ਦਾ ਮਤਲਬ ਸਹਿਮਤੀ ਦੇਣਾ ਵੀ ਹੁੰਦਾ ਹੈ. ਬੱਚੇ ਇਹਦਾ ਮਤਲਬ ਸਹਿਮਤੀ ਦੇਣਾ ਹੁੰਦਾ ਬਟ ਉਹਦੇ ਸਪੈਲਿੰਗ ਡਿਫਰੈਂਟ ਹੈ. ਉਹ ਹੁੰਦਾ ਹੈ ASSENT ਕਿ ਜਦੋਂ ਕੋਈ ਸਹਿਮਤੀ ਦਿੰਦਾ ਹੈ ਨਾ ਕਿ ਉਹਨਾਂ ਨੇ ਆਪਣੀ ਅਸੈਂਟ ਦੇਤੀ ਸਵੀਕਾਰ ਕਰ ਲਿਆ ਇਸ ਚੀਜ਼ ਨੂੰ ਸਹਿਮਤੀ ਦੇਤੀ ਸੋ ਉਹਦੇ ਸਪੈਲਿੰਗ ਹੁੰਦੇ ਆ ASSENT, ascent. ਇੱਕ ਬੱਚੇ ਨੇ ਪੁੱਛਿਆ ਸੀ ਨੀਡ ਨੋਟ ਨੂੰ ਨੀਡਨਟ ਵੀ ਬੋਲ ਸਕਦੇ ਆ. ਹਾਂਜੀ ਬਿਲਕੁਲ ਬੋਲ ਸਕਦੇ ਆ ਇਹਨੂੰ ਤੁਸੀਂ ਕੰਟਰੈਕਟ ਕਰ ਸਕਦੇ ਹੋ. ਦੈਨ ਸੁਪੀਰੀਅਰ ਇਨਫੀਰੀਅਰ. ਸੁਪੀਰੀਅਰ ਹੁੰਦਾ ਹੈ ਵਧੀਆ ਇਨਫੀਰੀਅਰ ਹੁੰਦਾ ਹੈ ਘਟੀਆ. ਸੁਪੀਰੀਅਰ ਵਧੀਆ ਇਨਫੀਰੀਅਰ ਮੀਨਸ ਘਟੀਆ. ਜਿਵੇਂ ਅਸੀਂ ਕਹਿੰਦੇ ਆ ਅਸੀਂ ਮਾਰਕੀਟ ਜਾਣਾ ਹੈ ਮਾਰਕੀਟ ਤੋਂ ਨਾ ਇੱਕ ਸੁਪੀਰੀਅਰ ਕੁਆਲਿਟੀ ਦਾ ਫੈਨ ਲੈ ਕੇ ਆਣਾ ਪੱਖਾ ਲੈ ਕੇ ਆਣਾ. ਸੁਪੀਰੀਅਰ ਮਤਲਬ ਵਧੀਆ ਕੁਆਲਿਟੀ ਵਧੀਆ ਤੇ ਇਨਫੀਰੀਅਰ ਹੁੰਦਾ ਘਟੀਆ. ਜਿਵੇਂ ਮੰਨ ਲਓ ਮੈਂ ਕੋਈ ਚੀਜ਼ ਮੰਗਾਈ ਤੇ ਉਹ ਅੱਛੀ ਕੁਆਲਿਟੀ ਦੀ ਨਹੀਂ ਹੈ ਤਾਂ ਅਸੀਂ ਕਹਿੰਦੇ ਇਹ ਤਾਂ ਬਹੁਤ ਇਨਫੀਰੀਅਰ ਕੁਆਲਿਟੀ ਦੀ ਹੈ ਮਤਲਬ ਘਟੀਆ ਕੁਆਲਿਟੀ ਦੀ. then NECESSARY, necessary. ਇਹਦੀ ਪ੍ਰੋਨਾਂਸੀਏਸ਼ਨ ਬੱਚੇ ਨੇ ਪੁੱਛੀ ਸੀ necessary. necessary ਮਤਲਬ ਬਹੁਤ ਜ਼ਰੂਰੀ. then like education is necessary for us. ਪੜ੍ਹਾਈ ਸਾਡੇ ਲਈ ਬਹੁਤ ਜ਼ਰੂਰੀ ਹੈ. ਉਸ ਤੋਂ ਬਾਅਦ ਹੈ CULTIVATION, it is cultivation. cultivation ਹੁੰਦਾ ਹੈ ਪੈਦਾਵਾਰ ਕਰਨਾ. ਜਿਵੇਂ ਖੇਤੀ ਕਿਸੇ ਚੀਜ਼ ਦੀ ਕਰਨਾ ਉਹਨੂੰ ਅਸੀਂ ਕਹਿੰਦੇ ਆ ਕਲਟੀਵੇਸ਼ਨ. ਕਿਸੇ ਵੀ ਚੀਜ਼ ਦੀ ਜਿਵੇਂ ਅਸੀਂ ਕਹਿੰਦੇ ਆ ਰਾਈਸ ਕਲਟੀਵੇਸ਼ਨ, ਮੇਜ਼ ਕਲਟੀਵੇਸ਼ਨ, ਮੇਜ਼ ਹੁੰਦੀ ਹੈ ਮੱਕੀ, ਟੀ ਕਲਟੀਵੇਸ਼ਨ ਚਾਹ ਦੀ ਖੇਤੀ, ਮੱਕੀ ਦੀ ਖੇਤੀ, ਚਾਵਲ ਦੀ ਖੇਤੀ. ਸੋ ਕਲਟੀਵੇਸ਼ਨ ਮਤਲਬ ਪੈਦਾਵਾਰ ਕਰਨਾ, ਖੇਤੀ ਕਰਕੇ ਉਹਨੂੰ ਪੈਦਾ ਕਰਨਾ. ਠੀਕ ਹੈ, ਨਰਚਰ ਕਰਨਾ, ਗਰੋ ਕਰਨਾ. ਫਿਰ ਇੱਕ ਬੱਚੇ ਨੇ ਪੁੱਛਿਆ ਸੀ ਨਾਨਾ ਨਾਨੀ ਨੂੰ ਕੀ ਕਹਿੰਦੇ ਆ. ਵੈਸੇ ਤਾਂ ਇੰਗਲਿਸ਼ ਦੇ ਵਿੱਚ ਨਾਨਾ ਨਾਨੀ ਦਾਦਾ ਦਾਦੀ ਦੋਨੋਂ ਗ੍ਰੈਂਡਪਾ ਗ੍ਰੈਂਡਮਾ ਅਸੀਂ ਕਹਿ ਦਿੰਦੇ ਆ. ਬਟ ਅਗਰ ਤੁਸੀਂ ਇਹਦੀ ਐਗਜ਼ੈਕਟ ਪੁੱਛਣੀ ਹੈ ਤਾਂ ਜਿਹੜੇ ਨਾਨੀ ਨਾਨਾ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਮੈਟਰਨਲ ਗ੍ਰੈਂਡ ਪੇਰੈਂਟਸ. ਮਟਰਨਲ ਮਤਲਬ ਮਦਰ ਵਾਲੀ ਸਾਈਡ ਤੋਂ, ਤੁਸੀਂ ਐਮ ਤੋਂ ਯਾਦ ਰੱਖ ਸਕਦੇ ਹੋ. ਮਟਰਨਲ ਮਤਲਬ ਮਦਰ ਵਾਲੀ ਸਾਈਡ ਤੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਮੈਟਰਨਲ ਗ੍ਰੈਂਡ ਪੇਰੈਂਟਸ ਯਾਨੀ ਨਾਨਾ ਨਾਨੀ. ਮੈਟਰਨਲ ਗ੍ਰੈਂਡਫਾਦਰ, ਮੈਟਰਨਲ ਗ੍ਰੈਂਡਮਦਰ. ਔਰ ਜਿਹੜੇ ਫਾਦਰ ਵਾਲੀ ਸਾਈਡ ਤੋਂ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ
paternal, PATERNAL, paternal grandparents. Paternal मतलब father वाली side तो यानी दादा दादी. So दादा दादी हो गए paternal grandparents और नाना नानी हो गए maternal grandparents. जिਵੇਂ ਤੁਸੀਂ ਕਹਿਣਾ ਹੋਵੇ ਮੇਰੇ ਨਾਨਾ ਨਾਨੀ ਨੇ ਤਾਂ ਅਸੀਂ ਕੀ ਕਵਾਂਗੇ, they are my maternal grandparents. ਠੀਕ ਹੈ ਜੀ. Then is ਬੱਚੇ ਨੇ ਪੁੱਛਿਆ ਸੀ lonely ਦਾ ਕੀ ਮਤਲਬ ਹੈ, ਤੇ ਇਹਨੂੰ ਸੈਂਟੈਂਸ ਦੇ ਵਿੱਚ ਕਿੱਦਾਂ ਯੂਜ਼ ਕਰ ਸਕਦੇ ਹਾਂ. lonely means ਜਦੋਂ ਕੋਈ ਇਕੱਲਾ ਫੀਲ ਕਰੇ ਤਾਂ ਉਹਨੂੰ ਕਹਿੰਦੇ ਆ lonely. ਜਦੋਂ ਕਿਸੇ ਨੂੰ ਲੱਗੇ ਕਿ ਉਹ ਅਨਹੈਪੀ ਹੈ ਕਿਉਂਕਿ ਉਹ ਇਕੱਲਾ ਹੈ ਤਾਂ ਅਸੀਂ ਉਹਨੂੰ ਕਹਿੰਦੇ ਆ lonely. ਜਿਵੇਂ ਹੁਣੇ ਮੈਮ ਨੇ ਸਟ੍ਰੈਸ ਦੀ ਗੱਲ ਕੀਤੀ, ਕਈ ਵਾਰ ਸਾਨੂੰ ਲੋਨਲੀਨੈਸ ਨਾਲ ਵੀ ਸਟ੍ਰੈਸ ਆ ਜਾਂਦਾ ਹੈ. ਜਿਵੇਂ ਇਹਦਾ ਸੈਂਟੈਂਸ ਪੁੱਛਿਆ ਸੀ, ਸੈਂਟੈਂਸ ਬਣ ਸਕਦਾ ਹੈ she was feeling lonely, he was feeling lonely. lonely ਹੁੰਦਾ ਜਦੋਂ ਕੋਈ ਅਨਹੈਪੀ ਹੋਏ, ਦੁਖੀ ਹੋਵੇ. ਕਿਉਂ? ਕਿਉਂਕਿ ਉਹ ਇਕੱਲਾ ਹੈ. ਤਾਂ ਮਤਲਬ ਉਹ ਕੀ ਫੀਲ ਕਰ ਰਿਹਾ ਹੈ, ਉਹ lonely ਫੀਲ ਕਰ ਰਿਹਾ ਹੈ. lonely, she was feeling lonely, he was feeling lonely. Next है one student had asked कि ਜਦੋਂ ਸਕੂਲ ਦੀ ਛੁੱਟੀ ਹੋ ਜਾਂਦੀ ਹੈ ਫਿਰ ਕੀ ਕਹਿੰਦੇ ਆ, ਤਾਂ ਅਸੀਂ ਕਹਿੰਦੇ ਆ our school gets over at 2 PM or 3 PM. ਕਿ ਮੇਰੇ ਸਕੂਲ ਦੀ 2 ਵਜੇ ਛੁੱਟੀ ਹੋ ਜਾਂਦੀ ਹੈ ਤਾਂ ਅਸੀਂ ਕੀ ਕਵਾਂਗੇ, our school gets over at 3 PM or 2 PM. So ਇਹ ਸਾਰੇ ਕੁਐਸਚਨ ਸੀਗੇ. ਤੇ next ਹੈ proverb of the day. So ਅੱਜ ਦਾ proverb ਹੈ a bad workman quarrels with his tools. A bad workman quarrels with his tools. ਐਵੇਂ tools ਦੇ ਉੱਤੇ ਹੀ ਅੱਜ ਦਾ proverb ਰੱਖਿਆ ਕਿ ਜਿਹੜਾ ਜਿਹਨੂੰ ਕੰਮ ਨਹੀਂ ਆਉਂਦਾ ਨਾ ਉਹ ਆਪਣੇ tools ਨਾਲ ਹੀ ਲੜਦਾ ਰਹਿੰਦਾ ਹੈ ਕਿ ਮੇਰੇ tools ਖਰਾਬ ਹੈ, ਮੇਰੇ tools ਖਰਾਬ ਹੈ. ਜਿਹਨੂੰ ਅਸੀਂ ਕਹਿੰਦੇ ਨਾ ਨਾਚ ਨਾ ਜਾਣੇ ਆਂਗਣ ਟੇਢਾ. ਤੇ ਭਾਈ ਗੁਰਦਾਸ ਜੀ ਨੇ ਵੀ ਆਪਣੀ 34ਵੀਂ ਵਾਰ ਚ ਉਹਨਾਂ ਦਾ ਫੁਰਮਾਨ ਹੈ ਨੱਚਣ ਨੱਚ ਨਾ ਜਾਣੇ ਆਖੇ ਹੋਏ ਸੌੜੀ. ਸੋ ਨਾਚ ਨਾ ਜਾਣੇ ਆਂਗਣ ਟੇਢਾ. A bad workman quarrels. Quarrels ਹੁੰਦਾ fights. Fights ਲੜਨਾ with his tools. So this was all for today. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਬਹੁਤ ਬਹੁਤ ਧੰਨਵਾਦ ਮੈਮ, ਆਪਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਨਿਊ ਵਰਡਸ ਦੀ ਸਾਨੂੰ ਵੋਕੈਬਲਰੀ ਪ੍ਰੋਨੰਸੀਏਸ਼ਨ ਦੱਸੀ. ਤੇ ਹੁਣ ਮੈਂ ਬੇਨਤੀ ਕਰਾਂਗੀ ਕਿ ਰਮਨਜੀਤ ਕੌਰ ਜੀ ਜੋ ਕਿ ਗੁਰੂ ਨਾਨਕ ਅਕੈਡਮੀ ਕਾਮੀ ਕਲਾ ਵਿੱਚ ਐਜ਼ ਅ ਟੀਚਰ ਸੇਵਾ ਨਿਭਾ ਰਹੇ ਹਨ ਜੀ, ਉਹਨਾਂ ਦਾ ਟੌਪਿਕ ਹੈ ਇਮਾਨਦਾਰੀ, ਤੇ ਉਹ ਆਪਣੇ ਵਿਚਾਰ ਸਾਂਝੇ ਕਰਨ ਜੀ. मैम रमनजीत कौर जी. मैम प्लीज अपने हैंड रेज कर दो जी. मैम अपना माइक अनम्यूट कर दो जी. वाहिगुरु जी का खालसा, वाहिगुरु जी की फतेह. आवाज आ रही है जी? हाँ जी मैम आ रही है. हाँ जी, मेरा अज का टॉपिक है जी ईमानदारी, जिसनों असीं सच्ची किरत कह सकते हैं जी. ईमानदारी सब तो वड्डी नीति है जी. जिंदगी विच जे असीं कामयाब होना है जां कामयाबी हासिल करना चाहुंदे हां तां सब तो पहला सानू पूरी तरह नाल ईमानदार भाव शुद्ध ते साफ सुथरा होना पवेगा. अपना हिरदा साफ ते सुथरा करना पवेगा जी. ईमानदारी नाल कीती होई कमाई किसे चंगे काम ते लगदी है अते ਉਹ ਚੀਜ਼ਾਂ ਜਾਂ ਕੰਮ ਸਾਰੀ ਜ਼ਿੰਦਗੀ ਵਿਅਕਤੀ ਦਾ ਸਾਥ ਦਿੰਦੇ ਹਨ ਜੋ ਅਸੀਂ ईमानदारी नाल करदे जां कमाउंदे हां. बेईमाना तां 4 दिनां दी चांदनी वांग हुंदा है. जे असीं बेईमाना करके झूठ बोलदे हां तां सानू एक झूठ नूं छुपाउण लई 100 झूठ होर बोलने पैणगे. इस लई सानू हमेशा ईमानदारी दी ही वरतों करनी चाहीदी है. ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾ ਸੱਚੀ ਅਤੇ
ਸੁੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਜੇ ਅਸੀਂ ਇਮਾਨਦਾਰ ਹੋ ਕੇ ਕੋਈ ਕੰਮ ਕਰਦੇ ਹਾਂ ਤਾਂ ਸਾਨੂੰ ਨਾ ਤਾਂ ਡਰ ਲੱਗੇਗਾ, ਨਾ ਹੀ ਸਾਨੂੰ ਕੋਈ ਡਰਾ ਸਕੇਗਾ। ਅਸੀਂ ਹਰ ਸਥਿਤੀ ਦਾ ਮੁਕਾਬਲਾ ਬੇਡਰ ਹੋ ਕੇ ਕਰਾਂਗੇ। ਸਗੋਂ ਜੇ ਕੋਈ ਵਿਅਕਤੀ ਤੁਹਾਡੇ ਸਾਹਮਣੇ ਧੋਖਾ ਜਾਂ ਝੂਠ ਫਰੇਬ ਕਰਦਾ ਹੈ ਤਾਂ ਉਹ ਵੀ ਤੁਹਾਡੇ ਤੋਂ ਡਰੇਗਾ, ਕਿਉਂਕਿ ਉਸਨੂੰ ਪਤਾ ਹੋਵੇਗਾ ਕਿ ਇਹ ਇੱਕ ਇਮਾਨਦਾਰ ਤੇ ਸੱਚੀ ਸੁੱਚੀ ਕਿਰਤ ਕਰਦਾ ਹੈ ਤੇ ਬੋਲਦਾ ਵੀ ਸਦਾ ਸੱਚ ਹੀ ਹੈ। ਮੇਰਾ ਆਪਣਾ ਤਜਰਬਾ ਤੇ ਵਿਚਾਰ ਹਨ ਕਿ ਇਮਾਨਦਾਰੀ ਨਾਲ ਕਮਾਏ ਹੋਏ 100 ਰੁਪਏ ਬੇਈਮਾਨੇ ਦੇ 1000 ਰੁਪਏ ਨਾਲੋਂ ਕਿਤੇ ਵਧੀਆ ਹੁੰਦੇ ਹਨ ਅਤੇ ਚੰਗੇ ਕੰਮ ਤੇ ਲੱਗਦੇ ਹਨ ਅਤੇ ਸਦਾ ਹੀ ਸਹਾਈ ਹੁੰਦੇ ਹਨ। ਸੋ ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਝੂਠ, ਫਰੇਬ, ਧੋਖਾ, ਬੇਈਮਾਨੀ ਤੋਂ ਬਚ ਕੇ ਸੱਚੀ ਅਤੇ ਸੁੱਚੀ ਕਿਰਤ ਕਰੋ ਤੇ ਹਮੇਸ਼ਾ ਜ਼ਿੰਦਗੀ ਵਿੱਚ ਸਫਲ ਹੋਣ ਦੀ ਕੋਸ਼ਿਸ਼ ਕਰੋ। ਸਫਲਤਾ, ਜੇ ਤੁਸੀਂ ਇਮਾਨਦਾਰੀ ਦੀ ਵਰਤੋਂ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ ਤੇ ਤੁਸੀਂ ਤਰੱਕੀ ਕਰੋਗੇ। ਸੋ ਇੰਨੇ ਕੁ ਵਿਚਾਰ ਕਹਿ ਕੇ ਮੈਂ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮੈਮ, ਆਪ ਜੀ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਸਾਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਤੇ ਰੱਬ ਦੀ ਰਜ਼ਾ ਦੇ ਅੰਦਰ ਕਿਰਤ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਅਸੀਂ ਕਾਮਯਾਬੀ ਆਪਣੇ ਆਪ ਹੀ ਜੀਵਨ ਵਿੱਚ ਪ੍ਰਾਪਤ ਕਰ ਲਵਾਂਗੇ। ਤੇ ਹੁਣ ਜੀ ਅਸੀਂ ਜਿਨ੍ਹਾਂ ਬੱਚਿਆਂ ਦੇ ਹੈਂਡ ਰੇਜ਼ ਨੇ ਉਹਨਾਂ ਨੂੰ ਲਵਾਂਗੇ ਜੀ। ਤੇ ਸੋ ਪਹਿਲੇ ਹਨ ਜੀ ਮਨਦੀਪ ਕੌਰ, EPP ਨੰਬਰ 10160 10160। अपनी वीडियो ऑन करो जी। ਵੀਰ ਜੀ ਸਪੋਰਟ ਕੀਤਾ ਜਾਵੇ ਜੀ 10160। हाँ जी वाहिगुरू जी। बोलो बेटा जी। ਅਸੀਂ ਹੁਣ ਨੈਕਸਟ ਨੰਬਰ ਲੈ ਲੈਂਦੇ ਹਾਂ ਜੀ। ਨੈਕਸਟ ਹੈ ਸੰਦੀਪ ਕੌਰ, EPP ਸੰਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਕ੍ਰੋਧ ਬਾਰੇ ਥੋੜਾ ਕੁਝ ਬੋਲਣਾ ਚਾਹੁੰਦੀ ਹਾਂ। ਜਿਵੇਂ ਫਰੀਦ ਜੀ ਫਰਮਾਉਂਦੇ ਹਨ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਸੋ ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਬੁਰਾਈ ਕਰਨ ਵਾਲੇ ਦੀ ਹੀ ਵੀ ਭਲਾਈ ਕਰ। ਸੋ ਸਾਨੂੰ ਬੁਰਾਈ ਕਰਨ ਵਾਲੇ ਜੋ ਸਾਡਾ ਬੁਰਾ ਕਰਦਾ ਉਹਦੀ ਨਾਲ ਭਲਾਈ ਕਰਨੀ ਚਾਹੀਦੀ ਹੈ। ਗੁੱਸਾ ਮਨ ਵਿੱਚ ਆਉਣ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਨਾਲ ਕੋਈ ਵੀ ਰੋਗ, ਸਾਡੇ ਸਰੀਰ ਨੂੰ ਕੋਈ ਵੀ ਰੋਗ ਨਹੀਂ ਲੱਗਦਾ ਅਤੇ ਹਰ ਇੱਕ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਭਾਵ ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਵੀ ਭਲਾਈ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਨੈਕਸਟ ਅਸੀਂ ਲਵਾਂਗੇ ਜੀ ਸਰਗੁਣਪ੍ਰੀਤ ਸਿੰਘ। ਸਰਗੁਣਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੁਲਵੰਤ ਕੌਰ ਜੀ ਦਾ ਲੈਕਚਰ ਜਿਹੜਾ ਇਹ ਬਹੁਤ ਹੀ ਅੱਛਾ ਲੱਗਦਾ ਹੈ। ਬੱਚੇ ਬੜੇ ਧਿਆਨ ਨਾਲ ਬੈਠ ਕੇ ਸੁਣਦੇ ਨੇ। ਤੇ ਅੱਜ ਜਦੋਂ ਇਹ ਇੰਸਟਰੂਮੈਂਟਸ ਜਾਂ ਟੂਲਸ ਦੇ ਬਾਰੇ ਵਿੱਚ ਜਿਹੜਾ ਦੱਸ ਰਹੇ ਸਨ, ਉਹਦੇ ਵਿੱਚੋਂ ਵੇਖ ਕੇ ਮੇਰੇ ਬਚਪਨ 'ਚ ਇੱਕ ਲਾਈਨ ਯਾਦ ਆ ਗਈ, I saw which could not saw. I saw which could not saw। ਅਸੀਂ ਬਚਪਨ 'ਚ ਇੱਕ ਦੂਜੇ ਨੂੰ ਬੁਝਾਰਤਾਂ ਪਾਉਂਦੇ ਹੁੰਦੇ ਸੀ
ਜਿਹਦਾ ਪਹਿਲਾਂ ਹੈ ਕਿ ਮੈਂ ਸਾ ਸੀ ਦੀ ਸੈਕੰਡ ਫਾਰਮ ਵੀ ਸਾ, I saw which could not saw, ਜਿਹੜਾ ਕੱਟ ਨਹੀਂ ਸੀ ਸਕਦਾ, ਜਿਹੜਾ ਖੁੰਡਾ ਕਹਿ ਲੋ। ਕੱਲ ਜਿਹੜਾ ਜਦੋਂ ਇਹਨਾਂ ਨੇ ਲੈਕਚਰ ਕੀਤਾ ਤੇ ਇੱਕ ਮੈਨੂੰ ਸ਼ਬਦ ਹੋਰ ਯਾਦ ਆਇਆ, SPALMN, ਇਹ ਇੱਕ ਹੀ ਵਰਡ ਹੈ ਜਿਸ ਨੂੰ ਅਸੀਂ ਸਾਰੇ ਜੇਕਰ ਬੋਲੀਏ ਤਾਂ ਸਪਾਲਮਨ ਬਣ ਜਾਏਗਾ, ਪਰ ਇਹਦੇ ਵਿੱਚ 3-4 ਰੂਲਸ ਇਹੋ ਜਿਹੇ ਨੇ ਜਿਹੜੇ ਇੱਕ ਪਦ ਦੇ ਵਿੱਚ ਲਾਗੂ ਹੋ ਜਾਂਦੇ ਨੇ। ਉਹ ਇਹ ਨੇ ਕਿ P ਤੋਂ ਪਹਿਲੇ S ਸਾਇਲੈਂਟ, M ਤੋਂ ਪਹਿਲਾਂ L ਸਾਇਲੈਂਟ, M ਤੋਂ ਬਾਅਦ N ਸਾਇਲੈਂਟ, ਤੇ ਇਹ ਬਣ ਗਿਆ ਸਮ ਆਫ ਲਾਈਫ। ਸਮ ਆਫ ਲਾਈਫ ਮੀਨਸ ਮੇਰੀ ਜ਼ਿੰਦਗੀ ਦਾ ਕੋਈ ਏਮ। ਵੈਸੇ ਇਹਨਾਂ ਦੋਵਾਂ ਅੱਖਰਾਂ ਨੂੰ ਦੱਸਣ ਕਰਕੇ ਹੀ ਹੈਂਡ ਰੇਜ਼ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਤੇ ਨੈਕਸਟ ਹਨ ਜੀ ਸੰਦੀਪ ਕੌਰ ਜੀ। मैम वाहिगुरु जी का खालसा वाहिगुरु जी की फतेह। मैं गुस्से बारे कुछ कहना चाहनी हाँ। ਹਾਂਜੀ मैं इदा कहना चाहती सी कि जे सानू कोई बुरा कहता है असी उसका गुस्सा ना करिए, क्योंकि वो साडे लिए खतरनाक हो सकता है, क्योंकि असी उस गल नू सोचते रहने हाँ जो सानू कोई कहता है साडे बारे, असी उसनू सोचते रहने तां ही इस नाल साडा टाइम बर्बाद हो जाता है, ਸਮਾਂ ਵੀ ਬਰਬਾਦ ਹੁੰਦਾ ਹੈ ਇਸ ਨਾਲ। ਜਦੋਂ ਅਸੀਂ ਸੋਚਦੇ ਹਾਂ ਕਿ ਸਾਨੂੰ ਉਸਨੇ ਐਦਾਂ ਕਿਹਾ ਹੈ, ਇਸ ਲਈ ਸਾਨੂੰ ਕੀ ਸੋਚਣਾ ਨਹੀਂ ਚਾਹੀਦਾ ਐਦਾਂ ਕੀ ਹੁੰਦਾ ਹੈ ਜੋ ਸਾਨੂੰ ਉਸਨੇ ਕੁਝ ਕਹਿ ਦਿੱਤਾ ਅਤੇ ਚੁੱਪ ਕਰ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਲਾਸਟ ਹੈਂਡ ਰੇਜ਼ ਹੈ ਜੀ ਮਨਦੀਪ ਕੌਰ, EPP ਨੰਬਰ 10160। मैं वाहिगुरु जी का खालसा वाहिगुरु जी की फतेह जी। वाहिगुरु जी की फतेह। हाँ जी बेटा। मैं क्रोध बारे दसना चाहनी हूँ कि एक बार महात्मा देव अपने देवता ਨੂੰ ਸਮਝਾ ਰਹੇ ਸਨ ਕਿ ਜੇ ਤੈਨੂੰ ਕੋਈ ਮੰਦਾ ਬੋਲ ਗਿਆ ਤਾਂ ਤੁਹਾਡੇ ਨਾਲ ਮਾੜਾ ਕਰ ਗਿਆ ਤਾਂ ਤੁਸੀਂ ਕੀ ਕਰੋਗੇ। ਉਹ ਕਹਿੰਦੇ ਨੇ ਕਿ ਅਸੀਂ ਕੀ ਕਰਾਂਗੇ, ਸਗੋਂ ਉਹਨੇ ਮੈਨੂੰ ਮਾੜਾ ਬੋਲਿਆ ਤੇ ਉਹਨੂੰ ਕੁਛ ਤਾਂ ਅਸੀਂ ਕਹਾਂਗੇ। ਉਹ ਕਹਿੰਦੇ ਨਹੀਂ, ਤੁਸੀਂ ਮਿੱਟੀ ਪਾਓ। ਇੱਥੇ ਮਿੱਟੀ ਪਾਉਣ ਤੋਂ ਭਾਵ ਹੈ ਕਿ ਜਾਣ ਦਿਓ, ਭਾਵ ਕਿ ਉਸ ਸਮੇਂ ਤੁਸੀਂ ਉਸਨੂੰ ਮੰਦਾ ਬੋਲ ਕੇ ਆਪਣਾ ਮੂੰਹ ਗੰਦਾ ਨਾ ਕਰੋ। ਮਹਾਤਮਾ ਨੇ ਦੇਵਦਾਸ ਨੂੰ ਇੱਕ ਪੱਥਰ ਦੇ ਕੇ ਬਾਜ਼ਾਰ ਵਿੱਚ ਭੇਜਿਆ ਤਾਂ ਉਹ ਕਬਾੜੀਏ ਕੋਲ ਗਿਆ, ਸਬਜ਼ੀ ਵਾਲੇ ਕੋਲ ਗਿਆ, ਸੁਨਿਆਰੇ ਕੋਲ ਗਿਆ, ਜੋਹਰੀ ਕੋਲ ਗਿਆ ਤੇ ਉਹਨਾਂ ਨੇ ਅੱਡ-ਅੱਡ ਮੁੱਲ ਦੱਸੇ। ਕਿਸੇ ਨੇ ਦੱਸਿਆ ਹੀ ਨਹੀਂ ਵੀ ਇਸ ਦਾ ਪੱਥਰ ਦਾ ਕੀ ਮੁੱਲ ਹੋ ਸਕਦਾ ਹੈ। ਤੇ ਐਵੇਂ ਹੀ ਉਹਨਾਂ ਨੇ ਮਹਾਤਮਾ ਦੇਵ ਨੇ ਦੇਵਦੱਤ ਨੂੰ ਸਮਝਾਇਆ ਕਿ ਤੇਰੀ ਵੀ ਜ਼ਿੰਦਗੀ ਦੇ ਵਿੱਚ ਤੈਨੂੰ ਵੀ ਕੋਈ ਜਣਾ ਚੰਗਾ ਸਮਝਦਾ ਹੈ, ਕੋਈ ਜਣਾ ਮੰਦਾ ਸਮਝਦਾ ਹੈ। ਸਾਡੇ ਨਾਲ ਵਾਰ ਰੱਖਣ ਵਾਲੇ ਅਜਿਹੇ ਲੋਕ ਕੋਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸਾਡੇ ਵਿੱਚ ਕਮੀ ਨਜ਼ਰ ਨਹੀਂ ਆਉਂਦੀ। ਇਸ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਸਾਨੂੰ ਕਿਸੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਸਾਨੂੰ ਵੀ ਉਸਨੂੰ ਵੀ ਸਾਡੇ ਵਿੱਚ ਕਈ ਕਮੀਆਂ ਨਜ਼ਰ ਆਉਂਦੀਆਂ ਹਨ। ਇਸ ਲਈ ਸਾਨੂੰ ਉਸ ਨੂੰ ਕੁਛ ਨਹੀਂ ਕਹਿਣਾ ਚਾਹੀਦਾ, ਮਿੱਟੀ ਪਾ ਦੇਣੀ ਚਾਹੀਦੀ ਹੈ। ਉਸਨੂੰ ਮੰਦਾ ਬੋਲ ਕੇ ਆਪਣਾ ਮੂੰਹ ਗੰਦਾ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਜ਼ਿਆਦਾ ਮਜ਼ਾ ਉਦੋਂ ਹੁੰਦਾ ਜਦੋਂ ਅਸੀਂ ਉਹਨਾਂ ਦੀ ਗੱਲ ਦਾ ਗੁੱਸਾ ਕਰ ਜਾਂਦੇ ਹਾਂ, ਕਿਉਂਕਿ ਜਦੋਂ ਸਾਨੂੰ ਨਫ਼ਰਤ ਲੋਕਾਂ ਨਾਲ ਇਸ ਲਈ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੀ ਨਫ਼ਰਤ ਨੀਤੀ ਦਾ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਬਲਕਿ ਅਸੀਂ ਆਪਣੀ ਭੁੱਖ ਪਿਆਸ ਤੇ ਨੀਂਦ ਗਵਾ ਦਿੰਦੇ ਹਾਂ। ਅਸੀਂ ਇੰਨਾ ਚਿੰਤਿਤ ਹੋ ਜਾਂਦੇ ਹਾਂ ਕਿ ਸਾਡੀ ਸ਼ਕਲ ਵੀ ਵਿਗੜ ਜਾਂਦੀ ਹੈ। ਸਭ ਤੋਂ ਖਤਰਨਾਕ ਹੁੰਦਾ ਹੈ ਕਿ ਅਸੀਂ ਇੱਕ ਹੀ ਗੱਲ ਨੂੰ ਮਨ ਦੇ ਵਿੱਚ ਚਿਤਰਦੇ ਰਹਿੰਦੇ ਹਾਂ, ਪਰ ਆਪਣੇ ਸੁੱਖ ਆਪਣੀ ਸਿਹਤ ਦੇ ਲਈ ਖਾਤਰ ਦੂਜਿਆਂ ਨੂੰ ਮਾਫ ਕਰ ਦੇਣਾ ਹੀ ਇੱਕ ਬੁੱਧੀਮਾਨੀ ਹੈ। ਇਸ ਲਈ ਜਿਵੇਂ ਕਿ ਲੋਕਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਛੱਡਣਾ ਸੀ, ਪਰ ਲੋਕ ਆਂਡਾ ਮੀਟ ਛੱਡ ਕੇ ਹੀ ਧਰਮੀ ਬਣੀ ਬੈਠੇ ਨੇ। ਸਾਨੂੰ ਗੁਰੂ ਜੀ ਨੇ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ 5 ਦੂਰ ਛੱਡਣ ਲਈ ਕਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੇਟਾ ਜੀ, ਆਪ ਜੀ ਨੇ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਜੀ। ਤੇ ਹੁਣ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਅਸੀਂ ਇੱਥੇ ਹੀ ਆਪਣੇ ਕੈਂਪ ਦੀ ਸਮਾਪਤੀ ਕਰਦੇ ਹਾਂ ਜੀ।
ਤੇ ਜਿਹੜੇ ਵੀ ਬੱਚੇ ਨੇ ਅੱਗੋਂ ਜਾਪ ਸੇਵਾ ਔਰ ਕੀਰਤਨ ਦੀ ਸੇਵਾ ਲੈਣੀ ਹੈ, ਉਹ ਸਕਰੀਨ ਤੇ ਦਿੱਤੇ ਨੰਬਰਾਂ ਤੇ ਕੰਟੈਕਟ ਸੰਪਰਕ ਕਰ ਸਕਦੇ ਹਨ ਜੀ। ਤੇ ਮੈਂ ਵੀਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਸ਼ੇਅਰ ਕਰ ਦੇਣ ਪਿਕ। ਹਾਂਜੀ, ਤੇ ਅਗਰ ਕਿਸੇ ਬੱਚੇ ਦਾ ਕੋਈ ਅੱਜ ਦੇ ਕੈਂਪ ਦੇ ਰਿਲੇਟਡ ਕੋਈ ਕੁਐਸਚਨ ਹੈ ਜਾਂ ਫਿਰ ਕੋਈ ਫੀਡਬੈਕ ਹੈ, ਉਹ ਵੀ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।